ਹਿਰਦੈ ਧਿਆਵੋ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਮ ਅਸ਼ਟਕ ਭਗਤਨ ਭਨਿਓ ਪੜ੍ਹੈ ਜੋ ਨਿਤ ਕਰ ਪ੍ਰੇਮ। ਸੁਤ ਬਿਤਾਦ ਮਨ ਬਾਂਸ਼ ਤੇ ਪਾਵਹਿ ਜਨ ਜੁਤ ਖੇਮ। ਇਮ ਅਸ਼ਟਕ ਭਗਤਨ ਭਨਿਓ ਪੜ੍ਹੈ ਜੋ ਨਿਤ ਕਰ ਪ੍ਰੇਮ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਬਾਂਝੀ ਨਾ ਰਹੇ। ਆਓ ਸਾਰੇ ਹੀ ਪਿਆਰ ਨਾਲ ਗੱਜ ਕੇ ਕਹੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕਰ ਰਹੇ ਸੀਗੇ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਜੋ ਹਰ ਰੋਜ਼ ਹੀ ਸਰਵਣ ਕਰਦੇ ਹਾਂ,
ਕੁਝ ਸਮਾਂ ਸੁਰਤੀਆਂ ਬਿਰਤੀਆਂ ਗੁਰੂ ਜੀ ਦੀ ਕਥਾ ਵਿੱਚ ਜੋੜੀਏ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਆਪ ਰੱਬ, ਆਪ ਪ੍ਰਤੱਖ ਪਰਮੇਸ਼ਰ ਜੀ ਦਾ ਸਰੂਪ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸੰਗਤਾਂ ਹਰ ਰੋਜ਼ ਹੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਦੂਰੋਂ ਨੇੜਿਓਂ ਚੱਲ ਕੇ ਉਦਮ ਕਰਕੇ ਚਾਅ ਦੇ ਨਾਲ ਆਪ ਜੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਉਂਦੇ ਹੋ। ਇਹ ਗੁਰੂ ਜੀ ਦੀ ਮਿਹਰ ਦੀ ਨਿਸ਼ਾਨੀ ਹੈ, ਕਿਰਪਾ ਦੀ ਨਿਸ਼ਾਨੀ ਹੈ। ਇਸ ਸਮੇਂ ਦਾ ਪੂਰਾ ਆਪਾਂ ਲਾਭ ਲਈਏ। ਗਰੀਬ ਨਵਾਜ ਸਾਡੇ ਤੇ ਮਿਹਰ ਕਰਨ। ਪਿਆਰ ਨਾਲ ਸਾਰੀ ਸੰਗਤ ਕਹੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੁਨੀਆ ਨੂੰ ਤਾਰ ਰਹੇ ਹਨ। ਤਾਰਦਿਆਂ ਮਹਾਰਾਜ ਗਰੀਬ ਨਵਾਜ ਜੀ ਦੀ ਕਥਾ ਆਪ ਜੀ ਜੋ ਸੁਣ ਰਹੇ ਹੋ। ਹਜੂਰ ਮਹਾਰਾਜ ਜੀ ਰਾਮਸਰ ਸਾਹਿਬ ਜੀ ਦੀ ਧਰਤੀ ਤੇ ਭਾਈ ਗੁਰਦਾਸ ਜੀ ਦੇ ਨਾਲ ਬੈਠੇ ਨੇ। ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਹੈ। ਤੁਸੀਂ ਲਿਖੋਗੇ, ਅਸੀਂ ਉਚਾਰਾਂਗੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਬਾਣੀ ਦੀ ਸ਼ੁਰੂਆਤ ਕਰਾਈ ਹੈ। ਸਭ ਤੋਂ ਪਹਿਲੀ ਜਿਹੜੀ ਬਾਣੀ ਹੈ ਸਾਧ ਸੰਗਤ ਜੀ, ਉਹ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਜੀ ਦਾ ਜਿਹੜਾ ਹੈ ਨਾ ਜੀ, ਜਪਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਸਾਰ ਹੈ ਜੀ। ਤੇ ਜਪਜੀ ਸਾਹਿਬ ਦਾ ਸਾਰ ਮੂਲ ਮੰਤਰ ਹੈ। ਮੂਲ ਮੰਤਰ ਦਾ ਸਾਰ ਇੱਕ ਓੰਕਾਰ ਹੈ। ਕਈ ਪ੍ਰੇਮੀ ਇਹ ਵੀ ਗੱਲ ਕਹਿ ਦਿੰਦੇ ਆ, ਮੈਂ ਇੱਕ ਗੁਰਮੁਖਾਂ ਦੇ ਪਾਸੋਂ ਸੁਣਿਆ ਬਚਨ, ਕਹਿਣ ਲੱਗੇ ਇੱਕ ਪੜ੍ਹਿਆ ਲਿਖਿਆ ਬ੍ਰਾਹਮਣ ਆ ਗਿਆ। ਉਹ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ, ਗੁਰੂ ਅਰਜਨ ਦੇਵ ਜੀ ਦੇ ਬਾਰੇ ਕਹਿਣ ਲੱਗਾ ਉਹਨਾਂ ਨੇ ਵੀ ਇੱਕ ਗ੍ਰੰਥ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ। ਕਹਿਣ ਲੱਗਾ ਉਹਨਾਂ ਵੀ ਗ੍ਰੰਥ ਇੱਕ ਤਿਆਰ ਕੀਤਾ। ਕੁਝ ਹਿੰਦੂਆਂ ਦੀਆਂ ਗੱਲਾਂ ਲੈ ਲਈਆਂ ਤੇ ਕੁਝ ਮੁਸਲਮਾਨਾਂ ਦੀਆਂ ਲੈ ਲਈਆਂ ਜੀ। ਉਹਨੇ ਇਸ ਤਰ੍ਹਾਂ ਆਖਿਆ ਜੀ, ਹਾਂਜੀ, ਵੀ ਕੁਝ ਹਿੰਦੂਆਂ ਦੀਆਂ ਗੱਲਾਂ ਲੈ ਲਈਆਂ, ਕੁਝ ਮੁਸਲਮਾਨਾਂ ਦੀਆਂ ਲੈ ਲਈਆਂ ਤੇ ਇਸ ਤਰ੍ਹਾਂ ਗ੍ਰੰਥ ਤਿਆਰ ਕਰ ਦਿੱਤਾ ਜੀ। ਉਹ ਗੁਰਮੁਖ ਪੜ੍ਹੇ ਲਿਖੇ ਵਿਦਵਾਨ ਸੀਗੇ ਅੱਗੋਂ ਜੀ। ਉਹ ਕਹਿਣ ਲੱਗੇ ਵੀ ਮੈਂ ਇਹ ਜਿਹੜੀ ਤੂੰ ਗੱਲ ਕਹਿ ਰਿਹਾ ਨਾ, ਵੱਖਰਾ ਗ੍ਰੰਥ ਤਿਆਰ ਕੀਤਾ। ਪਹਿਲੀ ਗੱਲ, ਵੱਖਰਾ ਗ੍ਰੰਥ ਤਿਆਰ ਕੀਤਾ ਹੀ ਨਹੀਂ ਕੋਈ, ਕਹਿਣ ਲੱਗੇ। ਦੂਜੀ ਗੱਲ, ਜੇ ਤੂੰ ਕਹਿਣਾ ਤੇ ਗੱਲ ਸੁਣ, 4 ਵੇਦਾਂ ਦੇ ਵਿੱਚ, 27 ਸਿਮਰਤੀਆਂ ਦੇ ਵਿੱਚ, ਪੁਰਾਣਾਂ ਦੇ ਵਿੱਚ ਕਿਤੇ ਵੀ ਇੱਕ ਓੰਕਾਰ ਲਿਖਿਆ ਵਿਖਾ ਦੇ, ਕਹਿਣ ਲੱਗੇ। ਕਹਿੰਦੇ ਜਦੋਂ ਪਹਿਲਾ ਅੱਖਰ ਹੀ ਨਹੀਂ ਮਿਲ ਰਿਹਾ ਤੇ ਬਾਕੀ ਕਿੱਥੋਂ ਮਿਲੇਗਾ ਜੀ। ਜਦੋਂ ਪਹਿਲੀ ਗੱਲ ਸਿਧਾਂਤ ਹੀ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਤੇ ਬਾਕੀ ਕਿਵੇਂ ਗੱਲ ਬਣੇਗੀ ਜੀ। ਕੱਜ ਕੇ ਆਖੋ ਵਾਹਿਗੁਰੂ। ਕਹਿਣ ਦਾ ਭਾਵ ਇਹ ਠੀਕ, ਉਹਨਾਂ ਵੀ ਲਿਖਿਆ ਹੋਏਗਾ ਈਸ਼ਵਰ ਇੱਕ ਹੈ, ਉਹਨਾਂ ਗ੍ਰੰਥਾਂ ਵਿੱਚ ਵੀ ਹੋਏਗੀ ਇਹ ਗੱਲ, ਪਰ ਗੁਰਬਾਣੀ ਦਾ ਤਰੀਕਾ ਆਪਣਾ ਹੈ। ਗੁਰਬਾਣੀ ਸੁਖੈਨ ਹੈ। ਗੁਰਬਾਣੀ ਸਾਡੇ ਕਲਯੁਗੀ ਜੀਵਾਂ ਨੂੰ ਛੇਤੀ ਸਮਝਾਉਣ ਵਾਲੀ ਬਾਣੀ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਲਿਖਾਈ, ਸ੍ਰੀ ਰਾਗ ਦੀ ਆਰੰਭਤਾ ਕਰਾਈ ਮਹਾਰਾਜ ਜੀ ਨੇ ਤੇ ਕੁਝ ਸ਼ਬਦ ਲਿਖੇ ਆ। ਭਾਈ ਗੁਰਦਾਸ ਜੀ ਨੂੰ ਸੋਝੀ ਹੋਣ ਲੱਗ ਪਈ ਹੈ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ, ਕਿਹੜਾ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ ਹੈ। ਬੜੀ ਮਿਹਨਤ ਨਾਲ ਸੇਵਾ ਹੋ ਰਹੀ ਹੈ, ਬੜੀ ਇਕਾਗਰਤਾ ਨਾਲ, ਬੜੇ ਧਿਆਨ ਨਾਲ, ਔਂਕੜਾਂ ਦੁਲੈਂਕੜਾਂ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ। ਟਿੱਪੀਆਂ ਤੱਕ ਦਾ ਧਿਆਨ ਰੱਖਿਆ ਜਾ ਰਿਹਾ। ਮੈਂ ਨਿੱਕੀ ਜਿਹੀ ਇੱਕ ਪੰਕਤੀ ਆਪ ਜੀ ਨੂੰ, ਵਾਹਿਗੁਰੂ ਬਾਣੀ ਦੀ ਪੰਕਤੀ ਤੇ ਕੋਈ ਨਹੀਂ ਨਿੱਕੀ, ਪਰ ਇੱਕ ਸਰਲ ਜੀ ਪੰਕਤੀ ਜਿਹੜੀ ਤੁਹਾਨੂੰ ਯਾਦ ਹੈ ਸਾਰਿਆਂ ਨੂੰ, ਉਹ ਬੋਲਾਂਗਾ, ਧਿਆਨ ਨਾਲ ਸੁਣਿਓ। ਸ੍ਰੀ ਜਪਜੀ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ। ਪਾਠ ਵਿੱਚ ਪੰਕਤੀ ਆਉਂਦੀ ਹੈ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ
ਦੁਖ ਪਾਪ ਕਾ ਨਾ। 4 ਵਾਰ ਇਹ ਪੰਕਤੀ ਆਉਂਦੀ। ਮੰਨਣ ਦੀਆਂ ਪੌੜੀਆਂ 'ਚ 4 ਵਾਰੀ ਪੰਕਤੀ ਆਉਂਦੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੁਣ ਇਹਦਾ ਧਿਆਨ ਰੱਖਣਾ ਹੈ। ਜਿਹੜਾ ਪਹਿਲਾ ਹੈ ਨਾ ਜੀ ਮਨ, ਉਹਦੇ ਉੱਤੇ ਮਹਾਰਾਜ ਨੇ ਟਿੱਪੀ ਪਵਾਈ ਹੈ ਜੀ। ਦੂਸਰੇ ਮਨ ਉੱਤੇ ਟਿੱਪੀ ਨਹੀਂ ਪਈ ਹੋਈ ਜੀ। ਹਾਂਜੀ, ਬੜਾ ਧਿਆਨ ਨਾਲ ਬਾਣੀ ਲਿਖੀ ਗਈ ਤੇ ਧਿਆਨ ਨਾਲ ਹੀ ਪੜ੍ਹਨੀ ਚਾਹੀਦੀ ਸਾਨੂੰ ਸਾਰਿਆਂ ਨੂੰ। ਜੇ ਕੋ ਮਨ ਜਾਣੈ ਮਨ ਕੋਏ। ਧਿਆਨ ਨਾਲ, ਇਮਾਨਦਾਰੀ ਨਾਲ, ਪ੍ਰੇਮ ਨਾਲ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਦੀ ਬਾਣੀ ਸ੍ਰੀ ਰਾਗ ਜੀ ਦੀ ਆਰੰਭਤਾ ਕਰਾਈ ਹੈ। ਕੁਝ ਸ਼ਬਦ ਮਹਾਰਾਜ ਜੀ ਨੇ ਲਿਖਾਏ ਹੈ। ਭਾਈ ਗੁਰਦਾਸ ਜੀ ਨੂੰ ਛੁੱਟੀ ਦੇ ਦਿੱਤੀ ਵੀ ਹੁਣ ਤੁਸੀਂ ਜਾ ਕੇ ਆਰਾਮ ਕਰੋ, ਲੰਮਾ ਸਮਾਂ ਬਾਣੀ ਲਿਖੀ ਹੈ। ਤੇ ਆਪ ਜਦੋਂ ਮਹਾਰਾਜ ਬੈਠੇ ਤੇ ਸੱਚਖੰਡ ਦੇ ਵਿੱਚੋਂ ਭਗਤ ਆਏ ਜੀ ਮਹਾਰਾਜ ਕੋਲ ਜੀ। ਭਗਤ ਆਏ ਹੈ। ਉਹਨਾਂ ਭਗਤਾਂ ਨੇ ਖਲੋ ਕੇ ਮਹਾਰਾਜ ਜੀ ਦੀ ਸਿਫਤ ਕੀਤੀ ਹੈ ਜੀ। ਉਹ ਕੱਲ ਸਿਫਤ ਵਡਿਆਈ ਸੋਭਾ ਤੁਸਾਂ ਸਰਵਣ ਕੀਤੀ, ਜਿਹਦੇ ਵਿੱਚ ਮੁੱਖ ਗੱਲ ਇਹ ਸੀਗੀ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਲਯੁਗ ਦਾ ਭਿਆਨਕ ਸਮਾਂ ਵੇਖ ਕੇ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ। ਅੱਗੋਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ 'ਚ ਵਿਚਰੇ, ਹੁਣ ਤੁਹਾਡੇ ਵਿੱਚ ਵਿਚਰ ਰਹੇ ਨੇ। ਭਗਤਾਂ ਨੇ ਖਲੋ ਕੇ ਵਡਿਆਈ ਕੀਤੀ, ਮਹਾਰਾਜ ਅਸੀਂ ਤੁਹਾਡੀ ਭਗਤੀ ਕਰਦੇ ਰਹੇ ਹਾਂ, ਅੱਜ ਤੱਕ ਅਸੀਂ ਤੁਹਾਡੀ ਭਗਤੀ ਕੀਤੀ ਹੈ। ਭਾਵ ਭਗਤਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਖੁਦ ਨਿਰੰਕਾਰ ਹਨ ਤੇ ਭਗਤ ਰੱਬ ਤੱਕ ਪਹੁੰਚੇ ਹੋਏ ਨੇ। ਉਹ ਗੁਰੂ ਅਰਜਨ ਦੇਵ ਜੀ ਨੂੰ ਨਿਰੰਕਾਰ ਆਪ ਪਰਮੇਸ਼ਰ ਕਹਿ ਰਹੇ ਨੇ। ਅਸੀਂ ਗੁਰੂ ਜੀ ਦੇ ਸਿੱਖ ਹੈਗੇ, ਅਸੀਂ ਕਿਉਂ ਨਹੀਂ ਕਹਾਂਗੇ ਜੀ। ਇਸੇ ਕਰਕੇ ਭੱਟ ਸਾਹਿਬਾਨ ਨੇ ਆਖਿਆ ਨਾ, ਗੋਰੇ ਅਰਜਨ ਪ੍ਰਤੱਖ ਹਰ ਹਰ। ਸੋ ਹੁਣ ਆਪਾਂ ਅੱਗੋਂ ਸਰਵਣ ਕਰਨਾ। ਭਗਤਾਂ ਨੇ ਖਲੋ ਕੇ ਗੁਰੂ ਜੀ ਦੀ ਬੜੀ ਵਡਿਆਈ ਕੀਤੀ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਨਮਸਤੰ 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 ਬਿਲੰਦੋ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਰਾਮਸਰ ਸਾਹਿਬ ਜੀ ਦੀ ਧਰਤੀ ਤੇ ਆਪਣੀ ਆਪਣੀ ਸੁਰਤ ਲੈ ਕੇ ਚੱਲ ਗਏ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਮ ਅਸ਼ਟਕ ਭਗਤਨ ਭਨਿਓ, ਪੜ੍ਹੈ ਜੋ ਨਿਤ ਕਰ ਪ੍ਰੇਮ। ਕਹਿੰਦੇ ਇਸ ਤਰੀਕੇ ਨਾਲ ਭਗਤਾਂ ਨੇ ਮਹਾਰਾਜ ਜੀ ਦੀ ਉਸਤਤ ਉਚਾਰਨ ਕੀਤੀ ਜੀ। ਉਸਤਤ ਵਿੱਚ ਅਸ਼ਟਕ ਉਚਾਰਨ ਕੀਤਾ। ਮਹਾਰਾਜ ਜੀ ਦੀ ਬਹੁਤ ਸਿਫਤ ਕੀਤੀ ਜੀ। ਜਿਹੜਾ ਸਿੱਖ ਇਸ ਅਸ਼ਟਕ ਨੂੰ ਰੋਜ਼ ਪੜ੍ਹੇਗਾ ਨੇਮ ਤੇ ਪ੍ਰੇਮ ਨਾਲ, ਸੁਤ ਬਿਤਾਦ ਮਨ ਬੰਸ਼ ਤੇ, ਪਾਵਹਿ ਜਨ ਜੁਤ ਖੇਮ। ਉਹ ਜੋ ਮੰਗੇਗਾ ਉਹਨੂੰ ਪ੍ਰਾਪਤ ਹੋਏਗਾ। ਗੁਰੂ ਜੀ ਦੀ ਵਡਿਆਈ ਹੈ ਨਾ ਇਹਦੇ 'ਚ। ਇੱਥੋਂ ਤੱਕ ਉਹਨੂੰ ਮੁਕਤੀ ਵੀ ਪ੍ਰਾਪਤ ਹੋਏਗੀ। ਪੁੱਤਰ ਮੰਗੇ, ਪਦਾਰਥ ਮੰਗੇ, ਜੋ ਮੰਗੇ ਉਹਨੂੰ ਮਿਲੇਗਾ। ਇਸ ਤਰੀਕੇ ਨਾਲ ਗੁਰੂ ਜੀ ਦੀ ਵਡਿਆਈ ਕੀਤੇ ਆ। ਕੱਲ ਤੁਸੀਂ ਉਹ ਅਸ਼ਟਕ ਸੁਣਿਆ ਸੀ ਸਾਰਾ ਜੀ। ਹਾਂਜੀ। ਚੌਪਈ। ਸੁਨ ਸ਼੍ਰੀ ਅਰਜਨ ਠਾਂਡੇ ਹੈ ਕੈ। ਭਗਤਾਂ ਨੇ ਮਹਾਰਾਜ ਜੀ ਦੀ ਬੜੀ ਸਿਫਤ ਕੀਤੀ, ਬੜੀ ਵਡਿਆਈ ਕੀਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨਾ ਆਪਣੇ ਪਲੰਘੇ ਤੋਂ ਉੱਠ ਕੇ ਖਲੋ ਗਏ ਜੀ। ਹਾਂਜੀ। ਮਧੁਰ ਬਾਕ ਤੇ ਆਦਰ ਕਹਿ ਕੈ। ਬੜੇ ਮਿੱਠੇ ਬੋਲ ਬੋਲੇ ਮਹਾਰਾਜ ਨੇ ਜੀ। ਆਖਰ ਭਗਤ ਨੇ, ਛੋਟੀਆਂ ਹਸਤੀਆਂ ਥੋੜ੍ਹੀ ਆਈਆਂ ਜੀ। ਬੜੇ ਮਿੱਠੇ ਮਿੱਠੇ ਬੋਲ ਸਤਿਗੁਰੂ ਜੀ ਨੇ ਬੋਲੇ।
ਸਤਿਕਾਰ ਕੀਤਾ ਉਹਨਾਂ ਦਾ ਮਿੱਠੇ ਬੋਲ ਬੋਲ ਕੇ। ਹਾਂਜੀ, ਸਕਲ ਬਿਠਾਏ ਨਿਕਟ ਆਨੰਦੇ। ਮਹਾਰਾਜ ਨੇ ਸਾਰੇ ਭਗਤ ਆਪਣੇ ਲਾਗੇ ਬਿਠਾ ਲਏ ਜੀ। ਜਿੰਨੇ ਭਗਤ ਆਏ ਨੇ ਨਾ ਉਹਨਾਂ ਦੇ ਚਿਹਰੇ ਜਗ ਰਹੇ ਨੇ ਜੀ। ਹਾਂਜੀ, ਕਿਸੇ ਨੇ ਹਰੇ ਰੰਗ ਦੇ ਬਸਤਰ ਪਾਏ, ਕਿਸੇ ਨੇ ਚਿੱਟੇ ਰੰਗ ਦੇ ਪਾਏ ਨੇ ਜੀ, ਕਿਸੇ ਨੇ ਭਗਵੇਂ ਦੇ ਪਾਏ ਤੇ ਕਿਸੇ ਨੇ ਪਾਏ ਹੀ ਨਹੀਂ ਜੀ, ਕੇਵਲ ਕੰਬਲੀ ਦੀ ਬੁੱਕਲ ਹੀ ਮਾਰੀ ਹੈ। ਚਿਹਰੇ ਜਗ ਰਹੇ ਨੇ, ਨਾਮ ਦਾ ਪ੍ਰਤਾਪ ਉਹਨਾਂ ਦੇ ਚਿਹਰਿਆਂ ਤੋਂ ਡਲਕ ਡਲਕ ਕੇ ਪੈ ਰਿਹਾ ਹੈ ਜੀ। ਮਹਾਰਾਜ ਨੇ ਉਹ ਸਾਰੇ ਭਗਤ ਆਪਣੇ ਲਾਗੇ ਬਿਠਾਏ ਜੀ। ਬੂਝਨ ਕਰੇ ਭਗਤ ਤੁਮ ਬ੍ਰਿੰਦੇ। ਸੱਚੇ ਪਾਤਸ਼ਾਹ ਮਹਾਰਾਜ ਫਿਰ ਪ੍ਰੇਮ ਨਾਲ ਬਚਨ ਆਰੰਭ ਕਰਦੇ। ਮਹਾਰਾਜ ਕਹਿਣ ਲੱਗੇ, ਆਪ ਨੇ ਬੜੀ ਕਿਰਪਾ ਕੀਤੀ ਜੋ ਸਾਰੇ ਭਗਤ ਇਕੱਠੇ ਹੋ ਕੇ ਦਰਸ਼ਨ ਦੇਣ ਵਾਸਤੇ ਆਏ। ਹੁਣ ਚੇਤਾ ਰੱਖੋ, ਇਹ ਆਮ ਬੰਦੇ ਦੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ। ਤਰਕੀ ਬੰਦਾ ਸੁਣੇਗਾ, ਉਹ ਕਹੇਗਾ ਉਹ ਤੇ ਕਦੋਂ ਦੇ ਸਰੀਰ ਤਿਆਗ ਗਏ ਨੇ, ਹੁਣ ਇਹ ਸਰੀਰ ਥੋੜੀ ਆਏ ਆ ਜੀ। ਹਾਂਜੀ, ਸਗਰੇ ਆਪਣੋ ਨਾਮ ਸੁਨਾਵੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਭਾਈ ਹੁਣ ਤੁਸੀਂ ਸਾਰੇ ਆਪਣੇ ਨਾਮ ਦੱਸੋ ਸਾਨੂੰ, ਕਹਿਣ ਲੱਗੇ। ਹਾਂਜੀ, ਪੁੰਨ ਆਗਮ ਕੋ ਹੇਤ ਬਤਾਵੋ। ਫਿਰ ਦਰਸ਼ਨ ਦਿੱਤੇ, ਦਰਸ਼ਨ ਦੇਣ ਦਾ ਕਾਰਨ ਵੀ ਦੱਸ ਦਿਓ, ਕਹਿਣ ਲੱਗੇ ਆਉਣ ਦਾ ਕਾਰਨ ਵੀ ਦੱਸ ਦਿਓ। ਹਾਂਜੀ, ਕਿਸ ਕਾਰਨ ਤੁਮ ਕਰੁਣਾ ਕਰੀ। ਕਿਸ ਕਾਰਨ ਮਿਹਰ ਕੀਤੀ, ਦਰਸ਼ਨ ਦਿੱਤੇ ਨੇ ਆ ਕੇ ਤੁਸਾਂ, ਉਹ ਕਾਰਨ ਵੀ ਦੱਸ ਦਿਓ। ਮਹਾ ਸੁਫਲ ਮਿਲਵੇ ਤੁਮ ਘਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਮਿਲ ਕੇ ਸਾਡਾ ਇਹ ਸਮਾਂ ਜਿਹੜਾ ਉਹ ਸਫਲਾ ਹੋ ਗਿਆ ਹੈ। ਹੁਣ ਧਿਆਨ ਨਾਲ ਸੁਣਿਓ ਸੰਗਤ ਜੀ, ਭਗਤਾਂ ਦੇ ਦਰਸ਼ਨ ਕਰਕੇ ਮਹਾਰਾਜ ਕਹਿਣ ਲੱਗੇ ਸਾਡਾ ਸਮਾਂ ਸਫਲਾ ਹੋ ਗਿਆ। ਤੇ ਜਦੋਂ ਆਪਾਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਗੁਰੂ ਜੀ ਦੀ ਬਾਣੀ ਪੜ੍ਹਦੇ, ਉਹ ਵੀ ਜਿਹੜਾ ਸਮਾਂ ਸਾਡਾ ਸਫਲਾ ਹੀ ਹੈ। ਹਾਂਜੀ, ਕਹਿਓ ਕਬੀਰ ਜੋਰ ਜੁਗ ਹਾਥ। ਹੁਣ ਉਹਨਾਂ ਸਾਰਿਆਂ ਵਿੱਚੋਂ ਭਗਤ ਕਬੀਰ ਜੀ ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦੇ ਜੀ। ਗੱਲਬਾਤ ਕਰਨ ਦਾ ਤਰੀਕਾ ਸਿੱਖਣਾ ਚਾਹੀਦਾ ਬੰਦੇ ਨੂੰ। ਵੇਖ ਲਓ, ਭਗਤ ਕਬੀਰ ਜੀ ਨੇ ਦੋਵੇਂ ਹੱਥ ਜੋੜ ਕੇ ਗੱਲ ਆਰੰਭ ਕੀਤੀ ਜੀ। ਹਾਂਜੀ, ਸੁਨਹੁ ਸਕਲ ਸ੍ਰੀ ਅਰਜਨ ਨਾਥ। ਹੇ ਮਾਲਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਸੁਣੋ। ਹਾਂਜੀ, ਬੇਣੀ ਨਾਮਦੇਵ ਰਵਿਦਾਸ। ਕੌਣ ਕੌਣ ਮਹਾਰਾਜ ਕੋ ਆਇਆ ਜੀ? ਹਾਂਜੀ, ਸਭ ਤੋਂ ਪਹਿਲਾਂ ਦੱਸਿਆ, ਕਹਿਣ ਲੱਗੇ ਇਹਨਾਂ ਦਾ ਨਾਮ ਭਗਤ ਬੇਣੀ ਜੀ ਹੈ। ਤੇ ਉੱਥੇ ਇੱਕ ਹੋਰ ਮਹਾਂਪੁਰਖ ਬੈਠੇ ਜਿਨ੍ਹਾਂ ਨੇ ਕੰਬਲੀ ਦੀ ਬੁੱਕਲ ਮਾਰੀ ਹੈ। ਚਿੱਟਾ ਦਾੜਾ, ਚਿਹਰੇ ਦਾ ਰੰਗ ਗੁਲਾਬੀ ਹੋਇਆ, ਨਾਮ ਨਾਲ ਡਲਕਾਂ ਮਾਰਨ ਦੇ ਹੈ। ਕਹਿਣ ਲੱਗੇ ਮਹਾਰਾਜ ਇਹਨਾਂ ਦਾ ਨਾਮ ਨਾ ਨਾਮਦੇਵ ਹੈ। ਮਹਾਰਾਜ ਇਹਨਾਂ ਦਾ ਨਾਮ ਰਵਿਦਾਸ ਹੈ, ਰਵਿਦਾਸ ਹੈ। ਪੀਪਾ ਸਧਨਾ ਸੈਣ ਪ੍ਰਕਾਸ਼। ਆਪਾਂ ਯਤਨ ਕਰਾਂਗੇ ਹੌਲੀ ਹੌਲੀ ਇਹਨਾਂ ਦੇ ਜੀਵਨ ਵੀ ਜਿਹੜੇ ਉਹ ਥੋੜੇ ਥੋੜੇ ਸਾਂਝ ਪਾਈ ਜਾਵੇ ਜੀ। ਮਹਾਰਾਜ ਇਹ ਜਿਹੜੇ ਬੈਠੇ ਨੇ ਇਹ ਭਗਤ ਪੀਪਾ ਜੀ ਹਨ, ਪੀਪਾ ਜੀ। ਹਾਂਜੀ, ਬਾਣੀ ਚ ਆਉਂਦਾ ਜੀ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਹ ਭਗਤ ਪੀਪਾ ਜੀ ਦੀ ਬਾਣੀ ਹੈ ਜੀ। ਆਖੋ ਧੰਨ ਭਗਤ ਪੀਪਾ ਜੀ। ਧੰਨ ਭਗਤ ਪੀਪਾ ਜੀ। ਮਹਾਰਾਜ ਇਹ ਸਧਨਾ ਜੀ ਹਨ ਜੀ, ਜਿਹੜੇ ਪਹਿਲਾਂ ਕਸਾਈ ਸਨ, ਪਰ ਉਥੋਂ ਨਾਮ ਦੀ ਐਸੀ ਚੇਟਕ ਲੱਗੀ, ਰੱਬ ਦੇ ਭਗਤ ਬਣੇ ਜੀ ਬੜੇ ਵੱਡੇ। ਪ੍ਰਤੱਖ ਪਰਮੇਸ਼ਰ ਜੀ ਦੇ ਦਰਸ਼ਨ ਹੋਏ ਜੀ ਇਹਨਾਂ ਨੂੰ। ਮਹਾਰਾਜ ਇਹ ਸਧਨਾ ਜੀ ਹਨ। ਤੇ ਮਹਾਰਾਜ ਇਹ ਜਿਹੜੇ ਬੈਠੇ ਨੇ ਨਾ ਬਜ਼ੁਰਗ, ਮਹਾਰਾਜ ਇਹਨਾਂ ਨੂੰ ਸੈਣ ਭਗਤ ਕਹਿੰਦੇ ਨੇ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਭਗਤ ਸੈਣ ਜੀ ਦਾ ਜਿਹੜਾ ਜਨਮ ਹੈ ਨਾ, ਆਗਮਨ, ਉਹ ਆਪਣੇ ਬਿਲਕੁਲ ਲਾਗੇ ਹੋਇਆ ਜੀ। ਸੋਹਲ ਨਗਰ 'ਚ ਭਗਤ ਸੈਣ ਜੀ ਦਾ, ਜਦੋਂ ਆਪਾਂ ਝਬਾਲ ਵਾਲੇ ਪਾਸੇ ਜਾਈਏ ਨਾ ਜੀ, ਰਸਤੇ ਵਿੱਚ ਭਗਤ ਸੈਣ ਜੀ ਦਾ ਪਿੰਡ ਆਉਂਦਾ, ਜਿੱਥੇ ਭਗਤ ਸੈਣ ਜੀ ਨੇ ਜਨਮ ਲਿਆ। ਉਹ ਰੁੱਖ ਵੀ ਹੈ
ਜਿੱਥੇ ਭਗਤ ਸੈਣ ਜੀ ਬੈਠ ਕੇ ਨਾਮ ਜਪਦੇ ਹੁੰਦੇ ਸੀਗੇ ਜੀ। ਮਹਾਰਾਜ ਇਹ ਭਗਤ ਸੈਣ ਜੀ ਹਨ। ਹਾਂਜੀ। ਭੀਖਨ ਧੰਨਾ ਅਰ ਜੈ ਦੇਵ। ਸੱਚੇ ਪਾਤਸ਼ਾਹ ਇਹ ਬੈਠੇ ਨੇ ਭਗਤ ਭੀਖਣ ਜੀ, ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ। ਨੈਨਹੁ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਭਗਤ ਭੀਖਣ ਜੀ ਦੀ ਬਾਣੀ ਹੈ। ਮਹਾਰਾਜ ਇਹ ਭਗਤ ਭੀਖਣ ਜੀ ਹਨ। ਤੇ ਲਾਗੇ ਇੱਕ ਹੋਰ ਬੈਠੇ ਨੇ ਜੀ, ਉਹਨਾਂ ਦਾ ਨਾਮ ਦੱਸਿਆ ਜੀ, ਇਹ ਭਗਤ ਧੰਨਾ ਜੀ ਹਨ ਜੀ। ਸ੍ਰੀ ਗੁਰੂ ਰਾਮਦਾਸ ਜੀ ਨੇ ਨਾਮ ਲਿਖੇ ਬਾਣੀ ਚ ਇਹਨਾਂ ਦੇ ਜੀ। ਹਾਂਜੀ, ਇਹ ਭਗਤ ਧੰਨਾ ਜੀ ਹਨ। ਮਹਾਰਾਜ ਇਹ ਜੈਦੇਵ ਜੀ ਬੈਠੇ ਨੇ। ਹਾਂਜੀ। ਬਿਪ ਤ੍ਰਿਲੋਚਨ ਸ਼੍ਰੀ ਗੁਰਦੇਵ। ਫਿਰ ਸੱਚੇ ਪਾਤਸ਼ਾਹ ਮਹਾਰਾਜ ਆ ਬੈਠੇ ਤੇ ਤ੍ਰਿਲੋਚਨ ਜੀ, ਭਗਤ ਤ੍ਰਿਲੋਚਨ ਜੀ। ਹਾਂਜੀ। ਪਰਮਾਨੰਦ ਰਾਮਾਨੰਦ ਜਾਨੋ। ਤੇ ਸੱਚੇ ਪਾਤਸ਼ਾਹ ਇਹਨਾਂ ਦਾ ਨਾਮ ਹੈ ਪਰਮਾਨੰਦ ਜੀ ਤੇ ਇਹਨਾਂ ਦਾ ਨਾਮ ਹੈ ਰਾਮਾਨੰਦ ਜੀ। ਇਹ ਸਾਰੇ ਉਹ ਮਹਾਪੁਰਖ ਹਨ ਜਿਨ੍ਹਾਂ ਨੂੰ ਆਪਾਂ ਰੋਜ਼ ਹੀ ਨਮਸਕਾਰ ਕਰਦੇ ਹਾਂ। ਮੈਂ ਜੋ ਕਬੀਰ ਫਰੀਦ ਪਰਮਾਨੋ। ਤੇ ਸੱਚੇ ਪਾਤਸ਼ਾਹ ਇਹ ਬਜ਼ੁਰਗ ਜਿਹੜੇ ਬੈਠੇ ਨੇ, ਇਹਨਾਂ ਨੂੰ ਲੋਕ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ। ਇਹ ਸ਼ੇਖ ਫਰੀਦ ਹਨ। ਤੇ ਐਂਡ ਤੇ ਫਿਰ ਆਪਣਾ ਨਾਮ ਦੱਸਿਆ, ਕਹਿੰਦੇ ਜੀ ਮੇਰਾ ਨਾਮ ਕਬੀਰ ਹੈਗਾ, ਕਹਿਣ ਲੱਗੇ। ਹਾਂਜੀ। ਲਓ ਜੀ, ਹੁਣ ਭਗਤਾਂ ਦੇ ਨਾਮ ਲੈਣੇ ਤੇ ਰਸਨਾ ਪਵਿੱਤਰ ਕਰਨੀ। ਚੇਤਾ ਰੱਖਿਓ, ਜਿਨ੍ਹਾਂ ਰੱਬ ਦੀ ਭਗਤੀ ਕੀਤੀ ਉਹਨਾਂ ਨੂੰ ਧੰਨ ਕਹਿ ਲਓ। ਮਹਾਰਾਜ ਕਹਿੰਦੇ ਤੁਹਾਨੂੰ ਜੰਮ ਕੁਝ ਨਹੀਂ ਕਹੇਗਾ ਜੀ। ਬਾਣੀ ਦੇ ਵਿੱਚ ਬਚਨ ਹੈ। ਇੱਕ ਭਗਤ ਜੀ ਦਾ ਹੋਰ ਨਾਮ ਹੈ ਜੀ, ਉਹ ਵੀ ਸੁਣ ਲਓ। ਹਾਂਜੀ। ਸੂਰਦਾਸ ਜੁਤ 15 ਕਹੀਐ। ਤੇ ਸੱਚੇ ਪਾਤਸ਼ਾਹ ਇਹ ਬੈਠੇ ਨੇ ਜਿਹੜੇ ਮਹਾਰਾਜ, ਇਹਨਾਂ ਦਾ ਨਾਮ ਹੈ ਸੂਰਦਾਸ। ਭਗਤ ਸੂਰਦਾਸ ਜੀ ਦੀ ਇੱਕ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਛਾੜ ਰੇ ਮਨ ਹਰ ਬੇਮੁਖਨ ਕੋ ਸੰਗ। ਇਹ ਪੰਕਤੀ ਦਰਜ ਹੈ ਜੀ। ਹੁਣ ਆਪਾਂ ਭਗਤਾਂ ਨੂੰ ਧੰਨ ਧੰਨ ਕਹਿਣਾ ਜੀ। ਹਾਂਜੀ। ਸਾਰੇ ਹੱਥ ਜੋੜੋ, ਰਸਨਾ ਨੂੰ ਕਰੋ ਪਵਿੱਤਰ ਰੱਖੋ। ਧੰਨ ਭਗਤ ਬੇਣੀ ਜੀ, ਧੰਨ ਭਗਤ ਬੇਣੀ ਜੀ, ਧੰਨ ਭਗਤ ਨਾਮਦੇਵ ਜੀ, ਧੰਨ ਭਗਤ ਨਾਮਦੇਵ, ਧੰਨ ਭਗਤ ਰਵਿਦਾਸ ਜੀ, ਧੰਨ ਭਗਤ ਰਵਿਦਾਸ, ਧੰਨ ਭਗਤ ਪੀਪਾ ਜੀ, ਧੰਨ ਭਗਤ ਪੀਪਾ ਜੀ, ਧੰਨ ਭਗਤ ਸਦਨਾ ਜੀ, ਧੰਨ ਭਗਤ ਸਦਨਾ ਜੀ, ਧੰਨ ਭਗਤ ਸੈਣ ਜੀ, ਧੰਨ ਭਗਤ ਸੈਣ ਜੀ, ਧੰਨ ਭਗਤ ਭੀਖਣ ਜੀ, ਧੰਨ ਭਗਤ ਭੀਖਣ ਜੀ, ਧੰਨ ਭਗਤ ਧੰਨਾ ਜੀ, ਧੰਨ ਭਗਤ ਧੰਨਾ ਜੀ, ਧੰਨ ਭਗਤ ਜੈਦੇਵ ਜੀ, ਧੰਨ ਭਗਤ ਜੈਦੇਵ ਜੀ, ਧੰਨ ਭਗਤ ਤ੍ਰਿਲੋਚਨ ਜੀ, ਧੰਨ ਭਗਤ ਤ੍ਰਿਲੋਚਨ, ਧੰਨ ਭਗਤ ਪਰਮਾਨੰਦ ਜੀ, ਧੰਨ ਭਗਤ ਪਰਮਾਨੰਦ, ਧੰਨ ਭਗਤ ਰਾਮਾਨੰਦ ਜੀ, ਧੰਨ ਭਗਤ ਰਾਮਾਨੰਦ ਜੀ, ਧੰਨ ਭਗਤ ਕਬੀਰ ਜੀ, ਧੰਨ ਭਗਤ ਕਬੀਰ, ਧੰਨ ਭਗਤ ਫਰੀਦ ਜੀ, ਧੰਨ ਭਗਤ ਫਰੀਦ ਜੀ, ਧੰਨ ਭਗਤ ਸੂਰਦਾਸ ਜੀ, ਧੰਨ ਭਗਤ ਸੂਰਦਾਸ ਜੀ। ਇਹ ਮਹਾਰਾਜ 15 ਸਾਡੀ ਗਿਣਤੀ ਹੈ। 15 ਜਣੇ ਆਏ ਆ ਮਹਾਰਾਜ ਤੁਹਾਡੇ ਕੋਲ। ਹਾਂਜੀ। ਚਾਰ ਅਪਰ ਇਨ ਨਾਮ ਸੋ ਲਹੀਐ। ਤੇ ਮਹਾਰਾਜ 4 ਹੋਰ ਆਏ ਨੇ ਪ੍ਰੇਮੀ। ਮਹਾਰਾਜ ਉਹਨਾਂ ਦੇ ਵੀ ਨਾਮ ਸੁਣ ਲਓ। ਹਾਂਜੀ। ਮੂਸਨ ਸਮਕਨ ਸੰਮਨ ਇਹੋ। ਮਹਾਰਾਜ ਇਹਨਾਂ ਦੇ ਨਾਮ ਹੈ ਸੰਮਣ, ਮੂਸਣ ਤੇ ਮਹਾਰਾਜ ਸੱਚੇ ਪਾਤਸ਼ਾਹ ਪਤੰਗ। ਹਾਂਜੀ। ਚੌਥੇ ਦਾਸ ਜਮਾਲ ਲਖੈ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਨੇ ਭਾਈ ਜਮਾਲ ਜੀ। ਚੌ ਬੋਲੇ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਉਹਨਾਂ ਦਾ ਨਾਮ ਆਉਂਦਾ ਹੈ ਜੀ। ਉਹ ਵੀ ਆਏ ਨੇ ਮਹਾਰਾਜ ਦੇ ਕੋਲ ਜੀ। ਭਗਤ ਸੰਮਣ ਜੀ, ਭਗਤ ਮੂਸਣ ਜੀ ਤੇ ਭਗਤ ਪਤੰਗ ਜੀ, ਵਾਹਿਗੁਰੂ, ਭਗਤ ਜਮਾਲ ਜੀ। ਹਾਂਜੀ। ਅਬ ਆਗਮਨ ਕਾਜ ਸੁਨ ਲੀਜੈ। ਮਹਾਰਾਜ ਜੀ ਨੇ ਪੁੱਛਿਆ ਸੀ ਨਾ ਨਾਮ ਦੱਸੋ, ਤੇ ਨਾਮ ਦੱਸਣ ਤੋਂ ਬਾਅਦ ਕਾਰਨ ਵੀ ਦੱਸੋ, ਦਰਸ਼ਨ ਕਿਉਂ ਦਿੱਤੇ ਨੇ। ਹੁਣ ਕਹਿਣ ਲੱਗੇ ਮਹਾਰਾਜ ਸਾਡੇ ਆਉਣ ਦਾ ਕਾਰਨ ਸੁਣ ਲਓ। ਇਹ ਕੌਣ ਕਹਿ ਰਿਹਾ ਜੀ? ਭਗਤ ਕਬੀਰ ਜੀ।
ਹਾਂਜੀ। ਔਰ ਵਿਚਾਰ ਪੁਨ ਪੂਰਨ ਕੀਜੈ। ਪਹਿਲਾਂ ਮਹਾਰਾਜ ਵਿਚਾਰ ਕਰ ਲਿਓ ਵੀ ਸਾਡਾ ਆਉਣਾ ਠੀਕ ਹੈ, ਤੇ ਜੇ ਮਹਾਰਾਜ ਤੁਹਾਨੂੰ ਠੀਕ ਲੱਗੇ ਫਿਰ ਸਾਡਾ ਕੰਮ ਵੀ ਕਰ ਦਿਓ ਜਿਸ ਕੰਮ ਨੂੰ ਆਏ ਆ ਅਸੀਂ। ਹਾਂਜੀ। ਵੇਦ ਕਹੈ ਨਾਰਾਇਣ ਸਵਾਸ। ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਵੀ ਜਿਹੜੇ ਵੇਦ ਨੇ ਨਾ ਉਹ ਵਾਹਿਗੁਰੂ ਦੇ ਸਵਾਸ ਨੇ ਜੀ, ਪਰਮੇਸ਼ਰ ਦੇ ਸਵਾਸ ਨੇ ਵੇਦ। ਹਾਂਜੀ। ਕਮਲਾ ਸਨ ਸ਼ੁਭਕੀਨ ਪ੍ਰਕਾਸ਼। ਤੇ ਬ੍ਰਹਮਾ ਜੀ ਨੇ ਉਹ ਵੇਦਾਂ ਦਾ ਨਿਰਮਾਣ ਕੀਤਾ ਜੀ। ਗੱਜ ਕੇ ਆਖੋ। ਹਾਂਜੀ। ਬਾਹਰ ਵਿਆਸ ਵਿਸਤਾਰ ਬਨਾਵਾ। ਫਿਰ ਵੇਦ ਵਿਆਸ ਜੀ ਨੇ ਅੱਗੋਂ ਉਹਨਾਂ ਦਾ ਵਿਸਥਾਰ ਕੀਤਾ ਜੀ ਵੇਦਾਂ ਦਾ ਜੀ। 4 ਵੇਦ ਹੋਏ ਆ, ਰਿਗ ਵੇਦ, ਸਾਮ ਵੇਦ, ਅਥਰਵਣ ਵੇਦ ਤੇ ਯੁਜੁਰ ਵੇਦ ਜੀ। ਹਾਂਜੀ। ਨਰਨ ਉਦਾਹਰਨ ਹੇਤ ਉਪਾਵਾ। ਵਿਆਸ ਜੀ ਨੇ ਬੜੀ ਕਿਰਪਾ ਕਰੀ ਜਗਤ ਤੇ ਵੇਦ ਲਿਖੇ ਕਹਿਣ ਲੱਗੇ ਤਾਂ ਕਿ ਲੋਕ ਪੜ੍ਹ ਕੇ ਸੋਝੀ ਲੈਣ। ਹਾਂਜੀ। ਤਿੰਨ ਮਹਿ ਬਾਮ ਦੇਵ ਤੇ ਆਦ। ਪਰ ਉਹਨਾਂ ਵੇਦਾਂ ਵਿੱਚ ਮਹਾਰਾਜ ਬਾਮਦੇਵ ਤੇ ਹੋਰ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ। ਹਾਂਜੀ। ਸਾਖੀ ਲਿਖੀ ਮਨੀਨ ਵਿਵਾਦ। ਕਿਤੇ ਰਿਸ਼ੀਆਂ ਮੁਨੀਆਂ ਦੇ ਜਿਹੜੇ ਲੜਾਈ ਝਗੜੇ ਹੋਏ ਆ ਉਹ ਵੀ ਲਿਖੇ ਹੋਏ ਨੇ ਵਿੱਚ ਵੇਦਾਂ ਵਿੱਚ। ਹਾਂਜੀ। ਤਿੰਨ ਵੇਦਨ ਕੇ ਦੂਸਰ ਰੂਪ। ਹਾਂਜੀ। ਰਚਨ ਲੱਗੇ ਮਤ ਗ੍ਰੰਥ ਅਨੂਪ। ਪਰ ਮਹਾਰਾਜ ਸਾਨੂੰ ਪਤਾ ਲੱਗਾ ਆਪ ਜੀ ਮਹਾਨ ਤੇ ਅਨੂਪਮ, ਜਿਹਦੀ ਬਰਾਬਰੀ ਕੋਈ ਵੇਦ ਨਹੀਂ ਕਰ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਲੱਗੇ ਹੋ ਤੁਸੀਂ। ਹਾਂਜੀ। ਲਿਖੋ ਇਹਾਂ ਸਾਖੀ ਭਗਤਨ ਕੀ। ਮਹਾਰਾਜ ਅਸੀਂ ਆਏ ਆ, ਸਾਡੀ ਸਾਖੀ ਵੀ ਵਿੱਚ ਲਿਖ ਦਿਓ ਕਹਿਣ ਲੱਗੇ। ਭਾਵ ਸਾਡੀ ਬਾਣੀ ਲਿਖ ਦਿਓ ਵਿੱਚ। ਹਾਂਜੀ। ਭਾਈ ਬਾਰਤਾ ਜਿਮ ਪ੍ਰਭ ਜਨ ਕੀ। ਅਸੀਂ ਰੱਬ ਦੇ ਬੰਦੇ, ਰੱਬ ਦੇ ਭਗਤ ਹੈਗੇ ਕਹਿਣ ਲੱਗੇ। ਕੱਜ ਕੇ ਆਖੋ ਵਾਹਿਗੁਰੂ। ਅਸੀਂ ਰੱਬ ਦੇ ਭਗਤ ਹੈਗੇ ਆ। ਸਾਡੇ ਭਗਤਾਂ ਨਾਲ ਰੱਬ ਨੇ ਕੀ ਕੀ ਮਿਹਰਾਂ ਕੀਤੀਆਂ, ਕੀ ਕੀ ਕੌਤਕ ਕੀਤੇ, ਉਹ ਲਿਖ ਦਿਓ ਵਿੱਚ ਕਹਿਣ ਲੱਗੇ। ਮਹਾਰਾਜ ਸਾਡੀ ਵੀ ਵਾਰਤਾ ਲਿਖ ਦਿਓ, ਸਾਡੀ ਵੀ ਬਾਣੀ ਲਿਖ ਦਿਓ, ਸਾਡਾ ਮਿਲਾਪ ਕਿਵੇਂ ਹੋਇਆ ਇਹ ਲਿਖ ਦਿਓ। ਤੇ ਵਿੱਚ ਆਉਂਦਾ ਨਾ ਜੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਲਿਖਿਆ ਜੀ ਵਿੱਚ। ਮਹਾਰਾਜ ਕਿਰਪਾ ਕਰਕੇ ਲਿਖ ਦਿਓ ਸਾਰਾ ਕੁਝ। ਹਾਂਜੀ। ਕਲਯੁਗ ਘੋਰ ਮੰਦ ਮਤ ਜਾਣੇ। ਕਲਯੁਗ ਦੇ ਵਿੱਚ ਮਹਾਰਾਜ ਲੋਕਾਂ ਦੀ ਬੁੱਧੀ ਜਿਹੜੀ ਹੈ ਨਾ ਉਹ ਮਾੜੀ ਹੈਗੀ ਹੈ। ਸੱਚੀ ਗੱਲ ਚ ਸੰਗਤ ਜੀ, ਕਲਯੁਗ ਚ ਬਹੁਤ ਮਾੜੀ ਬੁੱਧੀ ਹੋਈ ਪਈ ਲੋਕਾਂ ਦੀ। ਇੱਥੇ ਇੱਥੇ ਸੱਚਖੰਡ ਹੈ, ਬਾਹਰ ਨਿਕਲ ਜਾਓ, ਜਿਉਂ ਬਾਹਰ ਦੀ ਹਵਾ ਚ ਆਉਂਦਾ ਬੰਦਾ ਬਾਹਰ ਵਾਲਾ ਹੀ ਹੋ ਜਾਂਦਾ ਜੀ। ਹਾਂਜੀ। ਤਿੰਨ ਹਿਤ ਰਚੋ ਸੁਖੇਨ ਮਹਾਨੇ। ਸੱਚੇ ਪਾਤਸ਼ਾਹ ਤੁਸੀਂ ਉਹਨਾਂ ਵਾਸਤੇ ਸੁਖੈਨ ਗ੍ਰੰਥ ਰਚ ਰਹੇ ਹੋ, ਮਹਾਨ ਗ੍ਰੰਥ ਰਚ ਰਹੇ ਹੋ। ਇਸ ਮਹਿ ਸ਼ਬਦ ਲਿਖਾਏ ਹਮਾਰੇ। ਤੇ ਮਹਾਰਾਜ ਇਹਦੇ ਚ ਸਾਡੇ ਸ਼ਬਦ ਵੀ ਲਿਖਾ ਦਿਓ। ਹਾਂਜੀ। ਉਪਦੇਸ਼ਨ ਹਿਤ ਦੇਹੋ ਵਿਸਤਾਰੇ। ਤੇ ਉਪਦੇਸ਼ ਵਾਸਤੇ ਵਿਸਥਾਰ ਕਰ ਦਿਓ ਮਹਾਰਾਜ, ਨਾਲ ਆਪਣੀ ਬਾਣੀ ਲਿਖੋ ਸੱਚੇ ਪਾਤਸ਼ਾਹ। ਹਾਂਜੀ। ਸ਼੍ਰੀ ਅਰਜਨ ਸੁਨ ਭਗਤਨ ਕੀ ਬਿਨਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਏ ਹੋਏ ਭਗਤਾਂ ਦੀ ਜਦੋਂ ਬੇਨਤੀ ਸੁਣੀ, ਹੇਤ ਲਿਖਾਵਨ ਕੀਨਸ ਗਿਣਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਲਿਖਣ ਦਾ ਫੁਰਨਾ ਬਣਾਇਆ ਜੀ, ਵੀ ਇਹਨਾਂ ਦਾ ਵੀ ਹਿੱਸਾ ਪੈ ਜਾਵੇ ਵਿੱਚ। ਸਾਧ ਸੰਗਤ ਜੀ, ਮਹਾਰਾਜ ਨੇ ਫਿਰ ਐਸੇ ਭਗਤਾਂ ਦੀ ਬਾਣੀ ਲਿਖੀ। ਵੇਖੋ, ਕੋਈ ਪਾਕ ਪੱਟਨ ਦਾ ਹੈ ਜੀ, ਕੋਈ ਵਾਰਾਣਸੀ ਦਾ ਹੈ ਜੀ, ਕੋਈ ਕਿੱਧਰ ਕੋਟੇ ਦਾ ਹੈ ਜੀ। ਹਾਂਜੀ। ਸਾਰੇ ਦੇਸ਼ ਵਿੱਚ ਹੀ ਇਹ ਭਗਤ ਹੋਏ ਨੇ। ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਿਆਂ ਕਰ ਦਿੱਤਾ ਜੀ। ਹਾਂਜੀ। ਸਭ ਹਿਨ ਸੋ ਸ਼੍ਰੀ ਗੁਰ ਫੁਰਮਾਇਓ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਭਗਤਾਂ ਨੂੰ ਫਿਰ ਆਖਿਆ, ਪ੍ਰਥਮ ਜੋ ਤੁਮਨੇ ਕਛੂ ਬਨਾਇਓ। ਮਹਾਰਾਜ ਕਹਿਣ ਲੱਗੇ ਕੋਈ ਬਾਣੀ ਸੁਣਾਓ ਵੀ ਜਿਹੜੀ ਉਚਾਰਨ ਕੀਤੀ ਹੈ।
ਹਾਂਜੀ। ਸੋਨ ਚੜਾਵਹਿ ਗ੍ਰੰਥ ਮਝਾਰੀ। ਸੁਣ ਕੇ ਅਸੀਂ ਫਿਰ ਗ੍ਰੰਥ ਸਾਹਿਬ 'ਚ ਚੜਾਵਾਂਗੇ। ਹਾਂਜੀ। ਰਚਹੁ ਅਬ ਹੈ ਇਸਕੇ ਅਨੁਸਾਰੀ। ਮਹਾਰਾਜ ਕਹਿਣ ਲੱਗੇ ਪਹਿਲਾਂ ਬਾਣੀ ਉਚਾਰ ਕੇ ਦੱਸੋ ਆਪਣੀ। ਤੇ ਫਿਰ ਭਗਤ ਰਵਿਦਾਸ ਜੀ ਦੀ ਵਾਰੀ ਆਈ ਜੀ। ਪਹਿਲਾਂ ਗੱਜ ਕੇ ਆਖੋ ਵਾਹਿਗੁਰੂ। ਭਗਤ ਰਵਿਦਾਸ ਜੀ ਸ਼ਬਦ ਸੁਣਾਉਂਦੇ ਜੀ। ਹਾਂਜੀ। ਭਗਤ ਰਵਿਦਾਸ ਜੀ ਕਹਿੰਦੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਮਹਾਰਾਜ ਜੀ ਨੂੰ ਬੜੀ ਬਾਣੀ ਪਾਈ ਜੀ ਭਗਤਾਂ ਦੀ। ਹਾਂਜੀ। ਜਥਾ ਕਰਮ ਬਾਣੀ ਸੋ ਬਨਾਓ। ਮਹਾਰਾਜ ਕਹਿਣ ਲੱਗੇ ਹੁਣ ਫਿਰ ਕਹਿਣ ਲੱਗੇ ਜਥਾ ਕਰਮ ਯੋਗ ਅਨੁਸਾਰ ਕਹਿਣ ਲੱਗੇ ਬਿਲਕੁਲ ਤਰਤੀਬ ਅਨੁਸਾਰ ਬਾਣੀ ਉਚਾਰੋ ਸਾਰੇ। ਹਾਂਜੀ। ਪ੍ਰਥਕ ਪ੍ਰਥਕ ਵਿੱਚ ਰਾਗ ਲਿਖਾਵੋ। ਭਾਈ ਜਿਹੜੀ ਜਿਹੜੀ ਬਾਣੀ ਜਿਸ ਜਿਸ ਰਾਗ ਵਿੱਚ ਤੁਹਾਨੂੰ ਉਤਰੀ ਹੈ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਉਸੇ ਉਸੇ ਰਾਗ ਵਿੱਚ ਉਹ ਬਾਣੀ ਲਿਖਾਓ ਕਹਿਣ ਲੱਗੇ। ਹਾਂਜੀ। ਸੁਨ ਹਰਖੇ ਸਭ ਭਗਤ ਵਿਸਾਲਾ। ਤੇ ਸਭ ਭਗਤ ਜਿਹੜੇ ਆ ਨਾ ਉਹ ਸੁਣ ਕੇ ਖੁਸ਼ ਹੋਏ ਜੀ ਵੀ ਮਹਾਰਾਜ ਨੇ ਸਾਡੀ ਬਾਣੀ ਪ੍ਰਵਾਨ ਕਰ ਲਈ ਹੈ ਤੇ ਬਹੁਤ ਪ੍ਰਸੰਨ ਹੋਏ ਜੀ। ਹਾਂਜੀ। ਧੰਨ ਧੰਨ ਉਚਰਹਿ ਤਿਸ ਕਾਲਾ। ਤੇ ਸਭ ਭਗਤ ਹੱਥ ਜੋੜ ਕੇ ਬਾਬਾ ਫਰੀਦ ਸਾਹਿਬ ਹੋਣੀ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ ਜੀ। ਆਪਾਂ ਵੀ ਕਹੀਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਲੱਗੇ ਬਨਾਵਨ ਗਿਰਾ ਨਵੀਨ। ਫਿਰ ਸਾਧ ਸੰਗਤ ਜੀ ਭਗਤ ਵੀ ਬਾਣੀ ਉਚਾਰਨ ਲੱਗ ਪਏ। ਹਾਂਜੀ। ਬੈਠ ਸਮੀਪੀ ਗੁਰੂ ਪਰਬੀਨ। ਮਹਾਰਾਜ ਜੀ ਦੇ ਲਾਗੇ ਬੈਠਣਾ ਮਹਾਰਾਜ ਨੂੰ ਬਾਣੀ ਲਿਖਾਉਣੀ ਵਾਹਿਗੁਰੂ ਸੁਣਾਉਣੀ ਜੋ ਜੋ ਉਹ ਬੋਲਦੇ ਸਨ ਗੁਰੂ ਅਰਜਨ ਦੇਵ ਜੀ ਦੇ ਹਿਰਦੇ 'ਚ ਲਿਖਿਆ ਜਾਂਦਾ ਸੀਗਾ ਜੀ। ਭਾਈ ਗੁਰਦਾਸ ਜੀ ਨੂੰ ਜਦੋਂ ਮਹਾਰਾਜ ਕੋਲ ਸੱਦਦੇ ਫਿਰ ਸਾਰੇ ਭਗਤਾਂ ਦੀ ਬਾਣੀ ਆਪ ਉਚਾਰਨ ਕਰਦੇ ਤੇ ਫਿਰ ਭਾਈ ਗੁਰਦਾਸ ਜੀ ਲਿਖਦੇ ਜੀ। ਉਸੇ ਵੇਲੇ ਹੀ ਮਹਾਰਾਜ ਦੇ ਹਿਰਦੇ 'ਚ ਉਤਰੀ ਆਉਂਦੀ ਸੀ ਸਾਰੀ ਬਾਣੀ ਜੀ। ਹਾਂਜੀ। ਦੋਹਰਾ ਸ਼੍ਰੀ ਅਰਜਨ ਅਰਜਨ ਸੁਨਹਿ ਅਰਜੁਨ ਜਸ ਉਪਜਾਏ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸੇਵਕਾਂ ਦੀਆਂ ਅਰਜ਼ਾਵਾਂ ਬੇਨਤੀਆਂ ਜਿਹੜੀਆਂ ਉਹ ਸੁਣਦੇ ਨੇ ਜੀ। ਬੇਨਤੀਆਂ ਸੁਣਦੇ ਨੇ ਤੇ ਕਹਿਣ ਲੱਗੇ ਮਹਾਰਾਜ ਜੀ ਦਾ ਜਸ ਬਹੁਤ ਵੱਡਾ ਹੈ। ਹਾਂਜੀ। ਸਮੈ ਦੁਪਹਿਰੀ ਲਗ ਗੁਰੂ ਬੈਠ ਗ੍ਰੰਥ ਲਿਖਵਾਏ। ਫਿਰ ਸਵੇਰ ਤੋਂ ਮਹਾਰਾਜ ਬੈਠਦੇ ਤੇ ਦੁਪਹਿਰ ਤੱਕ ਇੱਕ ਰਸ ਬਾਣੀ ਉਚਾਰਦੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਜੀ। ਬੜੀ ਵੱਡੀ ਸੇਵਾ ਭਾਈ ਗੁਰਦਾਸ ਜੀ ਦੀ ਵੀ ਜੀ। ਹਾਂਜੀ। ਚੌਪਈ ਸੁਧਾ ਸਰੋਵਰ ਪੁਨ ਚਲ ਆਵੇਂ। ਫਿਰ ਮਹਾਰਾਜ ਦੁਪਹਿਰ ਨੂੰ ਪਤਾ ਕੀ ਕਰਦੇ ਜੀ ਅੰਮ੍ਰਿਤਸਰ ਆਉਂਦੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਆਉਂਦੇ ਜੀ। ਹਾਂਜੀ। ਕਰੈ ਪ੍ਰਦਛਨ ਸੀਸ ਨਿਵਾਵੇਂ। ਹਰਮੰਦਰ ਸਾਹਿਬ ਦੀਆਂ ਮਹਾਰਾਜ ਪਰਿਕਰਮਾਵਾਂ ਕਰਕੇ ਮੱਥਾ ਟੇਕਦੇ ਜੀ ਗੁਰੂ ਅਰਜਨ ਸਾਹਿਬ। ਹਾਂਜੀ। ਬੈਠੇ ਹੈ ਜਬ ਹੈ ਸੰਗਤਾਂ ਬ੍ਰਿੰਦ। ਉਦੋਂ ਸਭ ਸੰਗਤਾਂ ਨੂੰ ਪਤਾ ਹੁੰਦਾ ਸੀ ਵੀ ਇਹ ਸਮਾਂ ਸਤਿਗੁਰੂ ਜੀ ਦੇ ਆਉਣ ਦਾ ਹੈ। ਸਭ ਸੰਗਤਾਂ ਬੈਠੀਆਂ ਹੁੰਦੀਆਂ ਸਨ ਪਹਿਲਾਂ ਹੀ। ਹਾਂਜੀ। ਦਰਸ ਹੈ ਸਤਿਗੁਰ ਚੰਦ ਮਿਨਿੰਦ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਸੋਹਣੇ ਦਰਸ਼ਨ ਸਿੱਖ ਸੰਗਤਾਂ ਕਰਦੀਆਂ ਨੇ ਜੀ। ਹਾਂਜੀ। ਹਰਮੰਦਰ ਮਹਿ ਹੋਏ ਦਰਬਾਰੀ। ਹਰਮੰਦਰ ਸਾਹਿਬ ਦੇ ਅੰਦਰ ਦਰਬਾਰ ਸਜਦਾ ਹੈ ਦੀਵਾਨ ਸਜਦਾ ਹੈ। ਥਿਤ ਮਸੰਦ ਅਰਦਾਸ ਉਚਾਰੇ। ਮਸੰਦ ਜਿਹੜੇ ਨੇ ਉਹ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਅਰਦਾਸ ਬੇਨਤੀ ਕਰਦੇ ਆ ਸੰਗਤਾਂ ਦੀਆਂ ਅਰਦਾਸਾਂ ਦੱਸਦੇ ਆ। ਆਏ ਉਹ ਪਾਇਨ ਅਰਪੈ। ਬੇਅੰਤ ਸੰਗਤਾਂ ਹਰਮੰਦਰ ਸਾਹਿਬ 'ਚ ਸਵੇਰ ਤੋਂ ਆ ਕੇ ਬੈਠ ਜਾਂਦੀਆਂ ਮਹਾਰਾਜ ਜੀ ਨੂੰ ਉਡੀਕਦੀਆਂ। ਜਦੋਂ ਮਹਾਰਾਜ ਆਉਂਦੇ ਭੇਟਾਵਾਂ ਚੜਾਉਂਦੇ ਮਹਾਰਾਜ ਨੂੰ। ਹਾਂਜੀ। ਸੁਰ ਸਮੁਦਾਏ ਜਾਏ ਜਿਮ ਹਰ ਪਹਿ। ਕਹਿਣ ਲੱਗੇ ਉਹ ਹੁੰਦਾ ਸੀ ਜਿਵੇਂ ਦੇਵਤੇ ਇਕੱਠੇ ਹੋ ਕੇ ਪਰਮੇਸ਼ਰ ਨੂੰ ਉਡੀਕ ਰਹੇ ਨੇ ਜੀ। ਹਾਂਜੀ। ਦਇਆ ਧਾਰ ਦਰਸ਼ਨ ਕੋ ਹੇਤ। ਤੇ ਮਹਾਰਾਜ ਦਇਆ ਕਰਕੇ ਨਾ ਦਰਸ਼ਨ ਦਿੰਦੇ ਨੇ ਸੱਚੇ ਪਾਤਸ਼ਾਹ। ਹਾਂਜੀ। ਸਿੱਖ ਦੇਖਤ ਮਨ ਬਾਂਸ਼ਤ ਲੇਤ। ਜਦੋਂ ਸਿੱਖ ਆਪਣੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਨਿਹਾਲ ਹੀ ਹੋ ਜਾਂਦੇ ਜੀ।
ਗੁਰੂ ਜੀ ਦੇ ਦਰਸ਼ਨ ਸਭਨਾਂ ਦੇ ਮਨ ਨੂੰ ਸ਼ਾਂਤੀ ਦਿੰਦੇ। ਹਾਂਜੀ, ਏਕ ਜਾਮ ਤੈਂ ਬੈਠ ਬਿਤਾਵੇਂ, ਇੱਕ ਪੈਰ ਸੱਚੇ ਪਾਤਸ਼ਾਹ ਉੱਥੇ ਬੈਠਦੇ, 3-3.25 ਘੰਟੇ ਗੁਰੂ ਅਰਜਨ ਦੇਵ ਜੀ ਇੱਕ ਰਸ ਬੈਠਦੇ ਜੀ। ਹਾਂਜੀ, ਪੁੰਨ ਤੰਬੂ ਦਿਸ਼ ਚਲ ਆਵੇਂ, ਫਿਰ ਮਹਾਰਾਜ ਰਾਮਸਰ ਸਾਹਿਬ ਆ ਜਾਂਦੇ ਜੀ, ਫਿਰ ਰਾਮਸਰ ਸਾਹਿਬ ਆ ਜਾਂਦੇ ਨੇ। ਹਾਂਜੀ, ਰਾਤ ਦਿਵਸ ਬੀਤੈ ਵਿੱਚ ਡੇਰੇ, ਰਾਤ ਫਿਰ ਮਹਾਰਾਜ ਗਰੀਬ ਨਵਾਜ ਉੱਥੇ ਹੀ ਰਹਿੰਦੇ ਨੇ ਜੀ, ਰਾਮਸਰ ਸਾਹਿਬ ਹੀ ਰਹਿੰਦੇ ਨੇ। ਹਾਂਜੀ, ਸ਼ਬਦ ਬਣਾਏ ਲਖਾਏ ਕਨੇਰੇ, ਦਿਨੇ ਵੀ ਬੈਠਦੇ ਆ, ਸ਼ਬਦ ਮਹਾਰਾਜ ਬੋਲਦੇ ਆ, ਉਚਾਰਦੇ ਆ। ਭਾਈ ਗੁਰਦਾਸ ਜੀ ਲਿਖੀ ਜਾ ਰਹੇ ਨੇ। ਹਾਂਜੀ, ਭਗਤ ਵਿਰਾਗ ਗਿਆਨ ਗੁਣਸਾਨੀ, ਐਸੀ ਬਾਣੀ ਉਚਾਰਦੇ ਜਿਹਦੇ ਵਿੱਚ ਭਗਤੀ ਦਾ ਉਪਦੇਸ਼ ਹੈ, ਗਿਆਨ ਦਾ ਉਪਦੇਸ਼ ਹੈ, ਤੇ ਸਾਧ ਸੰਗਤ ਜੀ ਫਿਰ ਵਿਰਾਗ ਦਾ ਉਪਦੇਸ਼ ਹੈ। ਤੁਸੀਂ ਬਾਣੀ ਸੁਣਦੇ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਬਾਣੀ ਉਚਾਰਦੇ ਹਨ ਮਹਾਰਾਜ। ਭਾਈ ਗੁਰਦਾਸ ਜੀ ਲਿਖੀ ਜਾਂਦੇ ਨੇ, ਕਾਲੀ ਨਹੀਂ ਹੈ ਮਹਾਰਾਜ ਨੂੰ, ਸਹਿਜੇ ਸਹਿਜੇ ਲਿਖਾਉਂਦੇ ਨੇ ਜੀ। ਇੰਨਾ ਵੱਡਾ ਕਾਰਜ ਹੈ, ਲਗਾ ਮਾਤਰ ਵੀ ਗਲਤ ਨਹੀਂ ਹੋਣ ਦਿੰਦੇ ਮਹਾਰਾਜ। ਹਾਂਜੀ, ਨਾਨਾ ਵਿਧਨ ਬਣਾਵਹਿ ਬਾਣੀ, ਫਿਰ ਕਈ ਵਿਧੀਆਂ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ ਉਚਾਰਦੇ ਆ। ਕਦੀ ਅਸ਼ਟਪਦੀਆਂ ਉਚਾਰਦੇ ਆ, ਕਦੀ ਸ਼ਬਦ ਉਚਾਰਦੇ ਹਨ, ਕਦੀ ਸ਼ਲੋਕ ਉਚਾਰਦੇ ਆ, ਕਦੀ ਛੰਤ ਲਿਖਦੇ ਆ ਮਹਾਰਾਜ ਸੱਚੇ ਪਾਤਸ਼ਾਹ, ਕਦੇ ਸਾਧ ਸੰਗਤ ਜੀ ਦੋਪਦੇ ਉਚਾਰਦੇ ਆ। ਕਈ ਵਿਧੀਆਂ ਨਾਲ ਬਾਣੀ ਉਚਾਰਦੇ ਮਹਾਰਾਜ। ਇਹ ਤੁਸੀਂ ਪੜ੍ਹਦੇ ਹੋ ਨਾ, ਸ਼ਬਦ ਹਜ਼ਾਰੇ, ਗੱਜ ਕੇ ਆਖੋ ਵਾਹਿਗੁਰੂ। ਧਿਆਨ ਨਾਲ ਸ਼ਬਦ ਹਜ਼ਾਰਿਆਂ ਦਾ ਪਾਠ ਕਰਿਆ ਕਰੋ। ਸ਼ਬਦ ਹਜ਼ਾਰਿਆਂ ਵਿੱਚ ਸਾਰੇ ਚੌਪਦੇ ਹੀ ਨੇ ਜੀ, ਚੌਪਦੇ ਨੇ, 4-4 ਬੰਦਾਂ ਵਾਲੇ ਸ਼ਬਦ ਨੇ ਜੀ। ਚੌਪਦੇ ਇੱਕ ਛੰਦ ਹੈ ਜੀ। ਕਈ ਛੰਦਾਂ ਦੇ ਵਿੱਚ ਮਹਾਰਾਜ ਬਾਣੀ ਉਚਾਰਦੇ ਹਨ। ਹਾਂਜੀ, ਇਸ ਪ੍ਰਕਾਰ ਨਿਤ ਪ੍ਰਤ ਵਿਵਹਾਰੇ, ਵਾਰਾਂ ਵੀ ਉਚਾਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਜਿਹੜੇ ਜਿਹੜੇ ਗੁਰੂ ਜੀ ਨੇ ਵਾਰ ਉਚਾਰੀ ਉਹ ਵਾਰ ਲਿਖ ਕੇ ਦੱਸਦੇ ਆ। ਵੇਖੋ ਨਾ ਜੀ, ਮਹਾਰਾਜ ਆਸਾ ਦੀ ਵਾਰ ਲਿਖੀ ਹੈ ਜੀ। ਹਾਂਜੀ, ਇਸ ਪ੍ਰਕਾਰ ਨਿਤ ਪ੍ਰਤ ਵਿਵਹਾਰੇ, ਇਸ ਤਰੀਕੇ ਨਾਲ ਹਰ ਰੋਜ਼ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਹਾਰਾਜ ਬਾਣੀ ਲਿਖਾਉਂਦੇ ਆ। ਕਿਤਕ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਜਾਂਦੇ ਆ, ਫਿਰ ਰਾਤ ਇੱਥੇ ਹੀ ਆ ਜਾਂਦੇ ਆ। ਹਾਂਜੀ, ਕਿਤਕ ਦਿਵਸ ਸਤਿਗੁਰੂ ਗੁਜ਼ਾਰੇ, ਕੁਝ ਦਿਨ ਇਸੇ ਤਰੀਕੇ ਨਾਲ ਸਫਲੇ ਕੀਤੇ ਮਹਾਰਾਜ ਜੀ ਨੇ। ਹਾਂਜੀ, ਲਿਖੇ ਸ਼ਬਦ ਭਗਤਨ ਕੇ ਜਬੈ, ਪਰ ਹੁਣ ਤੱਕੋ ਨਾ ਧਿਆਨ ਨਾ ਸੁਣਿਓ, ਗੱਜ ਕੇ ਆਖੋ, ਗੱਜ ਕੇ ਵਾਹਿਗੁਰੂ। ਜਦੋਂ ਮਹਾਰਾਜ ਭਗਤਾਂ ਦੀ ਬਾਣੀ ਉਚਾਰਦੇ ਆ ਨਾ, ਹਾਂਜੀ, ਕਹਿ ਗੁਰਦਾਸ ਬਿਸਮ ਉਰ ਤਬੈ, ਤੇ ਫਿਰ ਭਾਈ ਗੁਰਦਾਸ ਜੀ ਹੈਰਾਨ ਜੇ ਹੋ ਗਏ ਜੀ, ਹੈਰਾਨ ਹੋ ਗਏ ਭਾਈ ਗੁਰਦਾਸ ਜੀ, ਤੇ ਹੈਰਾਨ ਹੋ ਕੇ ਬੇਨਤੀ ਕਰਨ ਲੱਗੇ, ਪੰਚੋਂ ਪਾਤਸ਼ਾਹ ਕੀ ਗਿਰਾ, ਸੱਚੇ ਪਾਤਸ਼ਾਹ ਜਦੋਂ 5 ਗੁਰੂਆਂ ਦੀ ਆਪ ਜੀ ਬਾਣੀ ਉਚਾਰਦੇ ਹੋ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪਣੀ ਬਾਣੀ, 5 ਸਤਿਗੁਰੂ ਜੀ ਦੀ ਜਦੋਂ ਤੁਸੀਂ ਬਾਣੀ ਉਚਾਰਦੇ ਹੋ, 5 ਸਤਿਗੁਰਾਂ ਦੀ, ਹਾਂਜੀ, ਅੰਤ ਨਾਮ ਸ਼੍ਰੀ ਨਾਨਕ ਧਰਾ, ਤੇ ਸ਼ਬਦ ਦੀ ਸੰਪੂਰਨਤਾ ਤੇ ਤੁਸੀਂ ਨਾਨਕ ਪਦ ਉਚਾਰਦੇ ਹੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖਦੇ ਹਾਂ ਆਪਾਂ ਵਿੱਚ। ਅਬ ਹੈ ਆਪ ਭਗਤਨ ਕੇ ਨਾਮੂ, ਪਰ ਮਹਾਰਾਜ ਹੁਣ ਤੁਸੀਂ ਵਿੱਚ ਭਗਤਾਂ ਦੇ ਨਾਮ ਲਿਖਦੇ ਹੋ। ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜੀ ਆਪ ਜੀ ਭਗਤਾਂ ਦੇ ਨਾਮ ਲਿਖਦੇ ਹੋ ਵਿੱਚ, ਕਦੀ ਰਵਿਦਾਸ, ਕਦੀ ਸੂਰਦਾਸ, ਕਦੀ ਕਬੀਰ, ਕਦੀ ਤ੍ਰਿਲੋਚਨ। ਹਾਂਜੀ, ਅੰਤ ਸ਼ਬਦ ਕੇ ਧਰੋ ਪਿਰਾਮੂ, ਸ਼ਬਦ ਦੇ ਅੰਤ 'ਚ ਭਗਤ ਦਾ ਨਾਮ ਉਚਾਰਦੇ ਹੋ। ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ। ਸਾਧ ਸੰਗਤ ਜੀ, ਜਿਵੇਂ ਗੁਰੂ ਨਾਨਕ ਸਾਹਿਬ ਜਾਂ 5 ਸਤਿਗੁਰਾਂ ਦੀ ਬਾਣੀ 'ਚ ਅੰਤਮ ਸਮੇਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਉਂਦਾ ਹੈ, ਭਗਤਾਂ ਦੀ ਬਾਣੀ ਵਿੱਚ ਵੀ ਅੰਤ ਤੇ ਹੀ ਭਗਤ ਦਾ ਨਾਮ ਆਉਂਦਾ ਹੈ ਜੀ, ਪਹਿਲਾਂ ਨਹੀਂ ਆਉਂਦਾ ਜੀ। ਹਾਂ, ਸ਼ਲੋਕਾਂ 'ਚ
ਭਗਤ ਕਬੀਰ ਜੀ ਦਾ, ਫਰੀਦ ਜੀ ਦਾ ਨਾਮ ਪਹਿਲਾਂ ਆਉਂਦਾ ਹੈ, ਸ਼ਬਦਾਂ ਵਿੱਚ ਅੰਤ ਤੇ ਆਉਂਦਾ ਹੈ। ਮਹਾਰਾਜ ਅੰਤ ਤੇ ਆਪ ਜੀ ਭਗਤ ਦਾ ਨਾਮ ਉਚਾਰਦੇ ਹੋ। ਦੀਖਤ ਇਹਾਂ ਭਗਤ ਨਹਿ ਕੋਈ, ਪਰ ਮਹਾਰਾਜ ਕੋਈ ਭਗਤ ਇੱਥੇ ਨਜ਼ਰ ਨਹੀਂ ਆਉਂਦਾ, ਕੋਈ ਨਜ਼ਰ ਤੇ ਆ ਨਹੀਂ ਰਿਹਾ ਭਗਤ। ਹਾਂਜੀ, ਸ਼੍ਰੀ ਗੁਰ ਜੀ ਸੰਸੈ ਦਿਓ ਖੋਈ। ਮਹਾਰਾਜ ਮੈਨੂੰ ਸੰਸਾ ਬਣ ਗਿਆ ਹੈ। ਮਹਾਰਾਜ ਆਪ ਕਿਰਪਾ ਕਰਕੇ ਇਹ ਮੇਰਾ ਸ਼ੰਕਾ ਜਿਹੜਾ ਹੈ ਨਾ, ਇਹ ਮਹਾਰਾਜ ਆਪ ਦੂਰ ਕਰ ਦਿਓ। ਸ਼੍ਰੀ ਅਰਜਨ ਤਬ ਬਾਕ ਬਖਾਨੇ। ਤੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਜੇ ਚਿਤ ਚਾਹਤ ਇਸ ਕਹੋ ਜਾਣੇ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਸੀਂ ਇਹ ਬਾਣੀ ਕਿਵੇਂ ਉਚਾਰਦੇ ਆ, ਹਾਂਜੀ, ਜੋ ਤਵ ਸਮੇਂ ਆਗਮਨ ਕੇਰੋ। ਤੇ ਜਿਸ ਸਮੇਂ ਤੁਸੀਂ ਰੋਜ਼ ਆਉਂਦੇ ਹੋ ਨਾ ਸਾਡੇ ਕੋਲ, ਹਾਂਜੀ, ਪ੍ਰਾਤ 2 ਘਟਿਕਾ ਆਓ ਅਗੇਰੋ। ਤੇ 2 ਘੜੀਆਂ ਪਹਿਲਾਂ ਆ ਜਿਓ ਸਵੇਰੇ, ਕਹਿਣ ਲੱਗੇ, ਤੁਹਾਨੂੰ ਪਤਾ ਲੱਗ ਜਾਏਗਾ। ਹਾਂਜੀ, ਤਬ ਸੰਸੈ ਤਵ ਹੋਇ ਬਿਨਾਸ਼ੀ। ਫਿਰ ਤੁਹਾਡਾ ਸ਼ੰਕਾ ਜਿਹੜਾ ਹੈ ਨਾ ਉਹ ਨਾਸ ਹੋ ਜਾਏਗਾ ਵੀ ਅਸੀਂ ਬਾਣੀ ਕਿਵੇਂ ਉਚਾਰਦੇ ਹਾਂ। ਸੰਸਾ ਸਾਧ ਸੰਗਤ ਜੀ ਕੋਈ ਨਹੀਂ ਪਤਾ ਕਿਹੜੇ ਵੇਲੇ ਮਨ ਚ ਆ ਜਾਣਾ। ਸਹਿਸਾ ਜੀਓ ਮਲੀਨ ਹੈ, ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਜੀ। ਹਾਂਜੀ, ਸੁਨ ਗੁਰਦਾਸ ਲਹਿਓ ਸੁਖ ਰਾਸੀ। ਭਾਈ ਗੁਰਦਾਸ ਜੀ ਨੇ ਮਹਾਰਾਜ ਜੀ ਦੀ ਗੱਲ ਸਮਝ ਲਈ ਦੀ। ਹਾਂਜੀ, ਵਹਿਰ ਕਨਾਤ ਕਿਤਕ ਥਲ ਤਿਆਗਾ। ਤੇ ਸਾਧ ਸੰਗਤ ਜੀ ਕਨਾਤ ਤੋਂ ਬਾਹਰ ਆ ਗਏ ਜੀ, ਜਿੱਥੇ ਮਹਾਰਾਜ ਜਿਸ ਕਨਾਤ 'ਚ ਬੈਠਦੇ ਆ। ਹਾਂਜੀ, ਤਹਿ ਭਾਈ ਕੋ ਤੰਬੂ ਲਾਗਾ। ਥੋੜੀ ਦੂਰੀ ਤੇ ਭਾਈ ਗੁਰਦਾਸ ਜੀ ਦਾ ਤੰਬੂ ਲੱਗਿਆ ਹੋਇਆ ਸੀਗਾ ਜੀ। ਥੋੜੀ ਦੂਰੀ ਤੇ ਭਾਈ ਗੁਰਦਾਸ ਜੀ ਦਾ ਤੰਬੂ ਸੀਗਾ। ਹਾਂਜੀ, ਲਿਖਣ ਸਮੇਂ ਹਜ਼ੂਰ ਚੱਲ ਆਵਹਿ। ਲਿਖਣ ਦੇ ਸਮੇਂ ਹੀ ਭਾਈ ਗੁਰਦਾਸ ਜੀ ਮਹਾਰਾਜ ਦੇ ਕੋਲ ਆਉਂਦੇ ਸਨ। ਨਾਤੁਰ ਤਿਸਮੈ ਦਿਵਸ ਬਿਤਾਵੈ। ਨਹੀਂ ਤੇ ਆਪਣੇ ਤੰਬੂ 'ਚ ਹੀ ਰਹਿੰਦੇ ਸਨ ਜੀ। ਇਹ ਨਹੀਂ ਵੀ ਹਰ ਸਮੇਂ ਹੀ ਮਹਾਰਾਜ ਦੇ ਕੋਲ ਰਹਿੰਦੇ ਸਨ। ਜਦੋਂ ਮਹਾਰਾਜ ਬਾਣੀ ਲਿਖਾਉਂਦੇ ਸਨ ਉਦੋਂ ਹੀ ਭਾਈ ਗੁਰਦਾਸ ਜੀ ਆਉਂਦੇ ਸਨ। ਹਾਂਜੀ, ਸੁਨ ਸਤਿਗੁਰ ਕੇ ਬਾਕ ਅਸ਼ੇਰੇ। ਤਬ ਭਾਈ ਗਮਨਿਓ ਨਿਜ ਡੇਰੇ। ਸੁਪਤ ਜਥਾ ਸੁਖ ਨਿਸਾ ਬਿਤਾਈ। ਰਹੀ ਜਾਮ ਕਿਵ ਸੋਚ ਬਨਾਈ। ਤੇ ਸਾਧ ਸੰਗਤ ਫਿਰ ਰਾਤ ਆਰਾਮ ਕੀਤਾ ਤੇ ਅਗਲੇ ਦਿਨ ਪਹਿਰ ਰਾਤ ਰਹਿੰਦਿਆਂ ਉੱਠੇ, ਇਸ਼ਨਾਨ ਪਾਨ ਕੀਤਾ। ਹਾਂਜੀ, ਗੁਰ ਢਿਗ ਪਹੁੰਚਨ ਸਮੇਂ ਲਖਾਇਓ। ਤੇ ਜਿਸ ਸਮੇਂ ਰੋਜ਼ ਪਹੁੰਚਦੇ ਸਨ 2 ਘੜੀਆਂ ਪਹਿਲਾਂ ਪਹੁੰਚ ਗਏ ਜੀ ਉੱਥੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ। ਦ્વੈ ਘਟਿਕਾ ਆਗੇ ਚਲ ਆਇਓ। ਤਿਸ ਸ਼ਿਨ ਸਤਿਗੁਰ ਕੇ ਚੌਂ ਦਿਸ਼ ਮੈਂ। ਤੇ ਕੀ ਦੇਖਦੇ ਆ ਬਾਹਰ ਖਲੋਤੇ, ਨਜ਼ਰ ਤੇ ਆਉਂਦਾ ਹੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਘਰ ਬੈਠੇ ਆ। ਸਤਿਗੁਰੂ ਜੀ ਦੇ ਚਾਰੇ ਪਾਸੇ ਚਰਚਾ ਕਰਤ ਭਗਤ ਪ੍ਰਭ ਰਸ ਮੈਂ। ਬਹੁਤ ਭਿੱਜੇ ਹੋਏ ਵਾਹਿਗੁਰੂ ਦੇ ਵਿੱਚ ਓਤ ਪੋਤ ਹੋਏ ਜਿਹੜੇ ਭਗਤ ਨੇ ਨਾ, ਉਹ ਮਹਾਰਾਜ ਜੀ ਦੇ ਆਸੇ ਪਾਸੇ ਬੈਠ ਕੇ ਪਰਮੇਸ਼ਰ ਦੇ ਬਚਨ ਕਰ ਰਹੇ ਨੇ, ਬਾਣੀ ਉਚਾਰ ਰਹੇ ਹਨ। ਉਹ ਬਾਣੀ ਮਹਾਰਾਜ ਸੁਣ ਰਹੇ ਹਨ। ਹਾਂਜੀ, ਸਹਿਮ ਰਹਿਓ ਠਾਡੋ ਤਿਸ ਥਾਈ। ਭਾਈ ਗੁਰਦਾਸ ਜੀ ਸਹਿਮ ਗਏ ਵੀ ਇਹ ਕਿਹੜੀਆਂ ਰੂਹਾਂ ਨੇ। ਇਸ ਲੋਕ ਵਿੱਚ ਇਹੋ ਜਿਹੇ ਲੋਕ ਨਹੀਂ ਵੇਖਦੇ। ਤੇ ਸਹਿਮ ਗਏ, ਇੱਕ ਪਾਸੇ ਖਲੋ ਗਏ। ਹਾਂਜੀ, ਜਹੰਦਰ ਹੁਤੋ ਆਏ ਬੇਜਾਈ। ਜਿਹੜਾ ਆਉਣ ਜਾਣ ਦਾ ਰਸਤਾ ਸੀ ਨਾ, ਭਾਈ ਗੁਰਦਾਸ ਜੀ ਉੱਥੇ ਖਲੋ ਗਏ। ਹਾਂਜੀ, ਉੱਠੇ ਭਗਤ ਨਿਜ ਸਦਨ ਸਿਧਾਬੇ। ਹਰ ਰੋਜ਼ ਆਪਣੇ ਸਮੇਂ ਅਨੁਸਾਰ, ਜਿਸ ਸਮੇਂ ਭਗਤ ਜਾਂਦੇ ਸਨ ਆਗਿਆ ਲੈ ਕੇ, ਉਸ ਸਮੇਂ ਅਨੁਸਾਰ ਭਗਤ ਉੱਠ ਪਏ ਜੀ। ਹਾਂਜੀ, ਤਬ ਗੁਰਦਾਸ ਸਰਬਦਰ ਸਹਿਬੈ। ਤੇ ਫਿਰ ਜਦੋਂ ਉਹ ਬਾਹਰ ਆਏ ਆ ਨਾ ਤੰਬੂ ਚੋਂ, ਫਿਰ ਭਾਈ ਗੁਰਦਾਸ ਜੀ ਨੇ ਸਾਰਿਆਂ ਦੇ ਦਰਸ਼ਨ ਕੀਤੇ ਜੀ।
ਕਿਆ ਨਜ਼ਾਰਾ ਬਣਦਾ ਹੋਏਗਾ ਜੀ। ਉੱਥੇ ਫਰੀਦ ਸਾਹਿਬ ਵਰਗੇ, ਸੈਣ ਜੀ ਵਰਗੇ, ਸਦਨਾ ਜੀ ਵਰਗੇ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ ਜਦੋਂ ਬਾਹਰ ਆਏ, ਹੰਸਾਂ ਦਾ ਸਮੂਹ ਆਇਆ ਹੋਏਗਾ ਬਾਹਰ, ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਜੀ ਸਾਰਿਆਂ ਦੇ। ਹਾਂਜੀ, ਭਗਤ ਕਬੀਰ ਆਦਿ ਜੇ ਸਗਰੇ, ਭਗਤ ਕਬੀਰ ਜੀ ਹੋਰ ਸਾਰੇ ਜਿੰਨੇ ਭਗਤ ਹਨ, ਦੇਖਤ ਜਾਣੇ ਅਬ ਇਹ ਡਗਰੇ, ਤੇ ਸਾਧ ਸੰਗਤ ਜੀ ਦੇਖਤ ਜਾਣੇ ਅਬ ਇਹ ਡਗਰੇ, ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਗੁਰਦਾਸ ਜੀ ਨੇ ਵੇਖਿਆ ਵੀ ਤੁਰਦੇ ਤੁਰਦੇ ਸਾਰੇ ਅਲੋਪ ਹੋ ਗਏ ਜੀ, ਸਾਰੇ ਅਲੋਪ ਹੋ ਗਏ, ਗੱਜ ਕੇ ਆਖੋ ਵਾਹਿਗੁਰੂ। ਤੇ ਜਦੋਂ ਸਾਰੇ ਅਲੋਪ ਹੋ ਗਏ ਨਾ, ਫਿਰ ਭਾਈ ਗੁਰਦਾਸ ਜੀ ਨੇ ਕੀ ਕੀਤਾ ਉਹ ਸੁਣਿਓ। ਹਾਂਜੀ, ਧਾਏ ਪਰਿਓ ਚਰਨਨ ਸਭ ਹੀ ਕੇ, ਭਾਈ ਗੁਰਦਾਸ ਜੀ ਜਾਂਦਿਆਂ ਜਾਂਦਿਆਂ ਸਾਧ ਸੰਗਤ ਦੀ ਇੱਕ ਵਾਰੀ ਸਾਰਿਆਂ ਦੇ ਚਰਨਾਂ 'ਚ ਨਮਸਕਾਰ ਕੀਤੀ ਜੀ। ਭਗਤਾਂ ਨੂੰ ਅਲੋਪ ਹੋ ਰਹੇ ਸਨ, ਉਸੇ ਵੇਲੇ ਨਮਸਕਾਰ ਕੀਤੀ। ਹਾਥ ਜੋਰ ਬੰਦਨ ਕਰ ਨੀਕੇ, ਚੰਗੀ ਤਰ੍ਹਾਂ ਫਿਰ ਭਾਈ ਗੁਰਦਾਸ ਜੀ ਨੇ ਭਗਤਾਂ ਨੂੰ ਮੱਥਾ ਟੇਕਿਆ ਜੀ। ਹਾਂਜੀ, ਤਬ ਸਭ ਭਗਤਨ ਇਸ ਕੋ ਬੰਦਿਓ, ਭਗਤ ਵੀ ਫਿਰ ਅਲੋਪ ਹੋਣ ਤੋਂ ਪਹਿਲਾਂ ਇੱਕ ਖਿਣ ਲਈ ਰੁਕੇ, ਭਾਈ ਗੁਰਦਾਸ ਜੀ ਨੂੰ ਨਮਸਕਾਰ ਕਰਕੇ ਗਏ ਭਗਤ ਜੀ। ਹਾਂਜੀ, ਕੁਸ਼ਲ ਪ੍ਰਸ਼ਨ ਤੇ ਅਧਿਕ ਆਨੰਦਿਓ, ਇੱਥੋਂ ਤੱਕ ਭਗਤਾਂ ਨੇ ਭਾਈ ਗੁਰਦਾਸ ਜੀ ਨੂੰ ਰਾਜੀ ਖੁਸ਼ੀ ਵੀ ਪੁੱਛਿਆ ਜੀ ਵੀ ਤੂੰ ਠੀਕ ਠਾਕ ਹੈ ਭਾਈ। ਹਾਂਜੀ, ਨਿਜ ਨਿਜ ਨਾਮ ਸੁਨਾਵਨ ਕਰਿਓ, ਕੋਈ ਦੱਸਦਾ ਹੈ ਜੀ ਮੇਰਾ ਨਾਮ ਸਦਨਾ ਹੈ, ਮੇਰਾ ਨਾਮ ਕਬੀਰ ਹੈ, ਮੈਂ ਫਰੀਦ ਹਾਂ, ਆਪੋ ਆਪਣੇ ਨਾਮ ਦੱਸੇ। ਮਿਲੇ ਸਕਲ ਉਰ ਸੰਸੈ ਹਰਿਓ, ਅਲੋਪ ਹੋਣ ਤੋਂ ਪਹਿਲਾਂ ਪਹਿਲਾਂ ਸਭ ਦੱਸ ਦਿੱਤਾ ਜੀ। ਤੇ ਸਾਧ ਸੰਗਤ ਜੀ ਮਿਲ ਕੇ ਜਦੋਂ ਮਿਲੇ ਆ ਨਾ, ਭਾਈ ਗੁਰਦਾਸ ਜੀ ਦਾ ਸਾਰਾ ਸੰਸਾਰ ਦੂਰ ਹੋ ਗਿਆ ਜੀ, ਵੀ ਮਹਾਰਾਜ ਕਿਵੇਂ ਭਗਤਾਂ ਦੀ ਬਾਣੀ ਉਚਾਰਦੇ ਨੇ। ਹਾਂਜੀ, ਬਾਹਰ ਆਪਣੇ ਧਾਮ ਸਿਧਾਰੇ, ਫਿਰ ਉਹ ਅਲੋਪ ਹੋ ਗਏ, ਸੱਚਖੰਡ ਵਿੱਚ ਚਲੇ ਗਏ ਮੁੜ। ਡਰ ਧਰ ਕਰ ਗੁਰਦਾਸ ਵਿਚਾਰੇ, ਡਰ ਧਰ ਕਰ ਗੁਰਦਾਸ ਵਿਚਾਰੇ, ਭਾਈ ਗੁਰਦਾਸ ਜੀ ਡਰ ਗਏ ਜੀ, ਭਾਵ ਭੈ ਵਿੱਚ ਆ ਗਏ। ਹਾਂਜੀ, ਹਮ ਟਿਗ ਪਹੁੰਚੋ ਗੁਰ ਫਰਮਾਇਓ, ਹਾਂਜੀ, ਮੈਂ ਨਹਿ ਗਇਓ ਨਾ ਦਰਸ਼ਨ ਪਾਇਓ, ਗੱਜ ਕੇ ਆਖੋ। ਤੇ ਸੋਚਿਆ ਵੀ ਮਹਾਰਾਜ ਨੇ ਕਿਹਾ ਸੀਗਾ ਕਿ 2 ਘੜੀਆਂ ਪਹਿਲਾਂ ਆ ਜਾਈ, ਤੇ ਮੈਂ ਅੰਦਰ ਹੀ ਨਹੀਂ ਗਿਆ, ਮੈਂ ਤੇ ਬਾਹਰ ਹੀ ਖਲੋਤਾ ਰਿਹਾ, ਹੁਣ ਮੈਂ ਮਹਾਰਾਜ ਨੂੰ ਕੀ ਆਖਾਂਗਾ। ਉਹ ਸਹਿਮ ਗਏ ਨਾ, ਬਾਹਰ ਹੀ ਖਲੋਤੇ ਰਹੇ ਜੀ, ਵੀ ਪਤਾ ਨਹੀਂ ਕੌਣ ਹੈ। ਧੰਨਾ ਜੀ ਵੀ ਆਏ ਸੀਗੇ ਜੀ, ਕੌਣ ਹੈ ਪਤਾ ਨਹੀਂ ਹੈ, ਤੇ ਅੰਦਰ ਨਹੀਂ ਗਏ। ਹੁਣ ਸੋਚਦੇ ਵੀ ਹੁਣ ਮੈਂ ਮਹਾਰਾਜ ਕੋਲ ਲੇਟ ਜਾਵਾਂਗਾ। ਹਾਂਜੀ, ਤਬ ਤੂਰਨ ਹੀ ਨਿਕਟ ਪਿਆਨਾ, ਫਿਰ ਫੌਰਨ ਦੌੜ ਕੇ ਛੇਤੀ ਦੇ ਨਾਲ ਭਾਈ ਗੁਰਦਾਸ ਜੀ ਅੰਦਰ ਤੰਬੂ ਦੇ ਗਏ। ਬੰਧਨ ਕੀਨ ਬੰਦ ਜੁਗ ਪਾਨਾ, ਤੇ ਬੰਧਨ ਕੀਨ ਬੰਦ ਜੁਗ ਪਾਨਾ, ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ। ਮਹਿਮਾ ਲਖੀ ਮਹਿਦ ਮਹੀਆਨਾ, ਕਹਿ ਲਗੇ ਮਹਾਰਾਜ, ਮਹਾਰਾਜ ਮੈਂ ਆਪ ਜੀ ਦੀ ਵੱਡੀ ਮਹਿਮਾ ਨੂੰ ਸਮਝ ਗਿਆ ਹਾਂ। ਹਾਂਜੀ, ਖਰੋ ਹੋਏ ਗੁਰ ਸੁਜਸ ਬਖਾਨਾ, ਭਾਈ ਗੁਰਦਾਸ ਜੀ ਸਾਹਮਣੇ ਖਲੋ ਗਏ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਸ ਕਰਨ ਲੱਗ ਪਏ, ਵਡਿਆਈ ਕਰਨ ਲੱਗ ਪਏ। ਸੁਣਿਓ ਕੀ ਆਖਿਆ ਭਾਈ ਗੁਰਦਾਸ ਜੀ ਨੇ, ਨਿਰੰਕਾਰ ਕੇ ਤੁਮ ਆਕਾਰਾ, ਹੇ ਸੱਚੇ ਪਾਤਸ਼ਾਹ ਮੈਨੂੰ ਸਮਝ ਆ ਗਈ ਹੈ, ਇਹ ਸਰੀਰ ਦਾ ਤੁਸੀਂ ਭੁਲੇਖਾ ਹੀ ਪਾਇਆ, ਮਹਾਰਾਜ ਤੁਸੀਂ ਆਪ ਨਿਰੰਕਾਰ ਹੋ। ਹਾਂਜੀ, ਸਰਗੁਣ ਰੂਪ ਬਿਸ਼ਨ ਤਨ ਧਾਰਾ, ਮਹਾਰਾਜ ਤੁਸੀਂ ਸਰਗੁਣ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਹੋ, ਮਹਾਰਾਜ ਤੁਸੀਂ ਖੁਦ ਪਰਮੇਸ਼ਰ ਹੋ। ਹਾਂਜੀ, ਸਤਜੁਗ ਮੈਂ 52 ਬਪ ਪਾਵਨ, ਮਹਾਰਾਜ ਮੈਨੂੰ ਸਮਝ ਆ ਗਈ ਹੈ, ਸਤਜੁਗ ਦੇ ਵਿੱਚ 52 ਅਵਤਾਰ ਤੁਹਾਡਾ ਹੀ ਸੀਗਾ ਮਹਾਰਾਜ। ਐਵੇਂ ਨਹੀਂ ਭੱਟ ਜੀ ਲਿਖਦੇ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਹਾਂਜੀ, ਮਾਪੇ 3 ਲੋਕ ਤ੍ਰੈ ਪਾਵਨ, ਹਾਂਜੀ, ਤ੍ਰੇਤੇ ਰਘੁਵਰ ਰੂਪ ਸੁਹਾਵਨ, ਮਹਾਰਾਜ 52 ਅਵਤਾਰ ਧਾਰ ਕੇ ਤਿੰਨਾਂ ਲੋਕਾਂ ਨੂੰ ਆਪਣੇ ਕਦਮਾਂ ਤੇ ਪਾਇਆ ਸੀਗਾ ਤੁਸੀਂ।
ਤਿੰਨੋਂ ਲੋਕ ਤੁਹਾਡੇ ਚਰਨਾਂ ਤੇ ਝੁਕੇ ਸਨ। ਮਹਾਰਾਜ ਤ੍ਰੇਤੇ ਵਿੱਚ ਰਘੁਵੰਸ਼ ਰੂਪ ਵਿੱਚ ਤੁਸੀਂ ਆਏ, ਰਾਮ ਰੂਪ ਵਿੱਚ। ਘਾਏ ਅਗਨ ਰਾਖਸ਼ੀ ਉਤਰਾਵਨ, ਤੇ ਮਹਾਰਾਜ ਰਾਵਣ ਵਰਗੇ ਦੈਂਤਾਂ ਦਾ ਨਾਸ ਤੁਸਾਂ ਕੀਤਾ। ਦੁਆਪਰ ਹੋਏ ਕ੍ਰਿਸ਼ਨ ਮੁਰਾਰੀ, ਤੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ। ਮਹਾਰਾਜ ਦੁਆਪਰ ਵਿੱਚ ਆਪ ਜੀ ਕ੍ਰਿਸ਼ਨ ਰੂਪ ਹੋ ਕੇ ਆਏ। ਸ਼ਤਰੁਨ ਸੈਨ ਅਸੰਖ ਸੰਘਾਰੀ, ਅਸੰਖਾਂ ਦੀ ਗਿਣਤੀ ਵਿੱਚ ਵੈਰੀਆਂ ਦਾ ਨਾਸ ਕੀਤਾ ਮਹਾਰਾਜ ਤੁਸਾਂ। ਹਾਂਜੀ। ਅਬ ਕਲਯੁਗ ਕੋ ਕਾਲ ਨਿਹਾਰਾ, ਤੇ ਹੁਣ ਮਹਾਰਾਜ ਆਪ ਨੇ ਕਲਯੁਗ ਦਾ ਸਮਾਂ ਦੇਖਿਆ। ਗੁਰੂ ਰੂਪ ਆਪਨ ਨੇ ਧਾਰਾ, ਤੇ ਗੁਰੂ ਰੂਪ ਹੋ ਕੇ ਕਲਯੁਗ ਵਿੱਚ ਆਏ ਹੋ। ਗੱਜ ਕੇ ਆਖੋ ਵਾਹਿਗੁਰੂ। ਕਈ ਵਿਚਾਰੇ ਬਹੁਤ ਤੜਪਦੇ ਆ ਵੀ ਇਹ ਗੱਲਾਂ ਸਹੀ ਨਹੀਂ ਹੈਗੀਆਂ ਜੀ, ਜਿਨ੍ਹਾਂ ਦੇ ਅੰਦਰ ਭਾਵਨਾ ਦੀ ਕਮੀ ਹੈ। ਸ਼੍ਰੀ ਰਾਮ ਜੀ ਵਿੱਚ ਪਰਮੇਸ਼ਰ ਦੀ ਜੋਤ ਹੈ, ਕ੍ਰਿਸ਼ਨ ਜੀ ਵਿੱਚ ਪਰਮੇਸ਼ਰ ਦੀ ਜੋਤ ਹੈ। ਉਹ ਜੋਤ ਹੀ ਗੁਰੂ ਅਰਜਨ ਸਾਹਿਬ ਵਿੱਚ ਹੈ ਜੀ, ਉਹੋ ਹੀ ਹੋਏ ਜੀ ਫਿਰ ਉਹ। ਪਰ ਸਾਡੇ ਬੰਦੇ ਇਹਨਾਂ ਗੱਲਾਂ ਨੂੰ ਪਹੁੰਚਾਉਂਦੇ ਨਹੀਂ। ਹੁਣ ਮੇਰੀ ਗੱਲ ਨਾ ਸੁਣੋ, ਬਾਣੀ ਦੀ ਸੁਣ ਲਓ ਜੀ। ਜੇ ਇਹ ਗੱਲ ਝੂਠ ਹੁੰਦੀ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਵਈਆ ਆਉਂਦਾ ਜੀ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਹਿ ਤਨ ਦਿਓ, ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਗੱਜ ਕੇ ਆਖੋ ਵਾਹਿਗੁਰੂ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਹਿ ਤਨ ਦਿਓ, ਤੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ਼੍ਰੀ ਗੁਰੂ ਰਾਮ, ਗੱਜ ਕੇ ਆਖੋ ਵਾਹਿਗੁਰੂ। ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ। ਇਹ ਮਹਾਰਾਜ ਜੀ ਦੀ ਬਾਣੀ ਦਾ ਸਵਈਆ, ਵਿੱਚ ਵਿੱਚ ਜਿੱਥੇ ਭੁੱਲਿਆ ਮੈਨੂੰ ਮਾਫੀ ਦੇ ਦਿਓ। ਹਾਂਜੀ, ਮਹਾਰਾਜ ਕਹਿੰਦੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ। ਅਗਲੀ ਗੱਲ ਧਿਆਨ ਦੇਣ ਵਾਲੀ ਹੈ। ਕਹਿੰਦੇ ਰਾਮ ਜੀ ਆਏ ਤ੍ਰੇਤੇ 'ਚ ਚਲੇ ਗਏ, ਕ੍ਰਿਸ਼ਨ ਜੀ ਆਏ ਦੁਆਪਰ 'ਚ ਚਲੇ ਗਏ। ਉਹਨਾਂ ਦਾ ਦੁਆਪਰ 'ਚ ਰਾਜ ਸੀ, ਪਰ ਹੁਣ ਪਰਮੇਸ਼ਰ ਦਾ ਹੁਕਮ ਹੈ, ਗੁਰੂਆਂ ਦਾ ਰਾਜ ਸਦਾ ਹੀ ਰਹੇਗਾ ਜੀ, ਜਾਏਗਾ ਨਹੀਂ। ਹਾਂਜੀ, ਇਹ ਰਾਜ ਅਬਚਲ ਹੈ, ਅਟਲ ਹੈ, ਆਦਿ ਪੁਰਖ ਨੇ ਫਰਮਾਇਆ, ਪਰਮੇਸ਼ਰ ਨੇ ਫਰਮਾਇਆ। ਸੋ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਇਹ ਮਹਾਰਾਜ ਦੀ ਸਿਫਤ ਕਰਦੇ ਆ। ਹਮ ਨਰ ਮੰਦ ਮਤੀ ਨਹਿ ਜਾਣੈ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਅਸੀਂ ਥੋੜੀ ਮੱਤ ਵਾਲੇ ਆਪ ਜੀ ਦੇ ਜਸ ਨੂੰ ਸਮਝ ਨਹੀਂ ਸਕੇ। ਤੁਮਰੀ ਮਹਿਮਾ ਮਹਿਦ ਮਹਾਨੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦੀ ਮਹਿਮਾ ਤੇ ਬਹੁਤ ਵੱਡੀ ਹੈ। ਬਖਸ਼ੋ ਭੂਲ ਦਇਆ ਸਿੰਧ ਮੇਰੀ। ਮਹਾਰਾਜ ਆਪ ਜੀ ਦੀ ਮਹਿਮਾ ਬਹੁਤ ਵੱਡੀ ਹੈ। ਮੈਂ ਮਨੁੱਖੀ ਸਮਝਦਾ ਰਿਹਾ ਤੁਹਾਨੂੰ। ਮਹਾਰਾਜ ਮੇਰੇ ਕੋ ਭੁੱਲ ਹੋ ਗਈ, ਮੈਂ ਸੰਸਾ ਕੀਤਾ, ਮਹਾਰਾਜੋ ਮੈਨੂੰ ਮਾਫ ਕਰ ਦਿਓ। ਦਾਸ ਜਾਨ ਰਖ ਲਾਜ ਬਡੇਰੀ। ਸੱਚੇ ਪਾਤਸ਼ਾਹ ਮਹਾਰਾਜ ਆਪ ਮੈਨੂੰ ਆਪਣਾ ਸੇਵਕ ਸਮਝੋ। ਮਹਾਰਾਜ ਮਹਾਰਾਜ ਮੇਰੀ ਲਾਜ ਰੱਖ ਲਓ। ਆਪਾਂ ਜਿੰਨੇ ਬੈਠੇ ਆ ਨਾ, ਹੱਥ ਜੋੜ ਕੇ ਸਾਰੇ ਹੀ ਗੁਰੂ ਜੀ ਨੂੰ ਆਖੀਏ, ਮਹਾਰਾਜ ਸਾਨੂੰ ਆਪਣਾ ਸੇਵਕ ਜਾਣ ਕੇ ਮਹਾਰਾਜ ਸਾਡੀ ਲਾਜ ਰੱਖ ਲਓ। ਹਾਂਜੀ, ਸ਼੍ਰੀ ਅਰਜਨ ਸੁਨ ਕਹਿ ਤਿਸ ਕਾਲਾ। ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦਾ ਜਦੋਂ ਬਚਨ ਸੁਣਿਆ, ਬੋਲੇ ਹੋਏ ਪ੍ਰਸੰਨ ਬਿਸਾਲਾ। ਮਹਾਰਾਜ ਬੜੇ ਪ੍ਰਸੰਨ ਹੋ ਕੇ ਭਾਈ ਗੁਰਦਾਸ ਜੀ ਨੂੰ ਬਚਨ ਕਰਨ ਲੱਗੇ। ਭਾਈ ਗੁਰਦਾਸ ਜੀ ਨਾਲ, ਤੁਝ ਪਰ ਖੁਸ਼ੀ ਸੁਨੋ ਵੱਡ ਭਾਗੇ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਤੁਹਾਡੇ ਵੱਡੇ ਭਾਗ ਨੇ, ਤੁਹਾਡੇ ਤੇ ਸਾਡੀ ਸਦਾ ਹੀ ਖੁਸ਼ੀ ਹੈ। ਕਹਿਣ ਲੱਗੇ ਮਨ ਬਾਂਸ਼ਤ ਲੀਜੈ ਅਬ ਮੰਗੇ। ਜੋ ਮੰਗਣਾ ਮੰਗ ਲੋ, ਕਹਿਣ ਲੱਗੇ। ਹਾਂਜੀ, ਤੁਝ ਤੇ ਨਹੀਂ ਅਦੇ ਹਮਾਰੇ। ਤੁਹਾਡੇ ਤੋਂ ਕੁਝ ਲੁਕਿਆ ਥੋੜੀ ਹੈ। ਮਹਾਰਾਜ ਕਹਿਣ ਲੱਗੇ ਜੋ ਮੰਗਣਾ ਮੰਗੋ। ਮਹਾਰਾਜ ਦੇ ਮਾਮਾ ਜੀ ਵੀ ਲੱਗਦੇ ਰਿਸ਼ਤੇਦਾਰੀ 'ਚ। ਹਾਂਜੀ, ਸੇਵਕ ਪ੍ਰੇਮੀ ਹਮ ਹੋ ਪਿਆਰੇ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਜਿਹੜੇ ਸੇਵਕ ਪ੍ਰੇਮੀ ਨੇ ਨਾ, ਉਹ ਸਾਨੂੰ ਬੜੇ ਚੰਗੇ ਲੱਗਦੇ ਆ।
ਤਬ ਕਰ ਜੋਰ ਕਹਿਓ ਗੁਰਦਾਸ। ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ, ਭਗਤ ਜੋ ਆਵਤ ਹੈ ਤੁਮ ਪਾਸ। ਹੇ ਸੱਚੇ ਪਾਤਸ਼ਾਹ, ਇਹ ਜਿਹੜੇ ਭਗਤ ਰੋਜ਼ ਤੁਹਾਡੇ ਕੋਲ ਆਉਂਦੇ ਨੇ, ਹਾਂਜੀ, ਸ਼੍ਰੀ ਗੁਰ ਆਪ ਜਥਾ ਤਿਨ ਦਰਸੋ। ਜਿਵੇਂ ਮਹਾਰਾਜ ਆਪ ਜੀ ਇਹਨਾਂ ਦੇ ਦਰਸ਼ਨ ਕਰਦੇ ਹੋ, ਚਰਚਾ ਕਰੋ ਸਰੀਰ ਸਪਰਸ਼ ਹੋ। ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ, ਇਹਨਾਂ ਦੇ ਸਰੀਰ ਨੂੰ ਸਪਰਸ਼ ਕਰਦੇ ਹੋ, ਹਾਂਜੀ, ਤਥਾ ਦਰਸ ਮੈਂ ਤਿਨ ਕੋ ਪਾਉ। ਤੇ ਮਹਾਰਾਜ ਮੇਰੇ ਤੇ ਮਿਹਰ ਕਰੋ, ਮੈਂ ਵੀ ਇਹਨਾਂ ਦੇ ਇੰਝ ਹੀ ਦਰਸ਼ਨ ਕਰਿਆ ਕਰਾਂ, ਭਾਵ ਮੈਨੂੰ ਵੀ ਦਰਸ਼ਨਾਂ ਦਾ ਮੌਕਾ ਬਖਸ਼ੋ। ਗਿਆਨ ਵਾਕ ਕੋ ਕਹੋ ਅਗਾਊ। ਮਹਾਰਾਜ ਮੈਂ ਵੀ ਕੋਈ ਗਿਆਨ ਦੀ ਗੱਲ ਇਹਨਾਂ ਨਾਲ ਕਰ ਲਿਆ ਕਰਾਂ, ਸੁਣ ਲਿਆ ਕਰਾਂ ਇਹਨਾਂ ਦੇ ਕੋਲੋਂ। ਸੁਨਤ ਤਥਾ ਸਤ ਸ਼੍ਰੀ ਗੁਰ ਕਹਿਓ। ਤਥਾਸਤੂ, ਮਹਾਰਾਜ ਕਹਿਣ ਲੱਗੇ ਠੀਕ ਹੈ, ਕਹਿਣ ਲੱਗੇ ਇਸੇ ਤਰ੍ਹਾਂ ਹੀ ਹੋਏਗਾ। ਸੁਨ ਗੁਰਵਾਕ ਆਨੰਦ ਉਰ ਲਹਿਓ। ਤੇ ਸੁਣ ਕੇ ਭਾਈ ਗੁਰਦਾਸ ਜੀ ਫਿਰ ਆਨੰਦ ਵਿੱਚ ਹੀ ਹੋ ਗਏ ਜੀ। ਬੜਾ ਚਾਉ ਚੜਿਆ ਭਾਈ ਗੁਰਦਾਸ ਜੀ ਨੂੰ ਸੁਣ ਕੇ, ਮਹਾਰਾਜ ਨੇ ਮੈਨੂੰ ਆਗਿਆ ਦੇਤੀ। ਉਸ ਦਿਨ ਤੋਂ ਫਿਰ ਭਗਤ ਭਾਈ ਗੁਰਦਾਸ ਜੀ ਨੂੰ ਦਰਸ਼ਨ ਹੋਣ ਲੱਗ ਪਏ ਸੀ ਭਗਤਾਂ ਦੇ। ਗੱਲ ਧਿਆਨ ਨਾਲ ਸਮਝਣੀ, ਭਗਤ ਸਾਹਮਣੇ ਵੀ ਬੈਠੇ ਹੋਣ ਨਾ ਭਾਈ ਗੁਰਦਾਸ ਜੀ ਦੇ, ਜੇ ਗੁਰੂ ਜੀ ਦੀ ਆਗਿਆ ਨਾ ਹੋਵੇ, ਮਹਾਰਾਜ ਦੀ ਰਜ਼ਾ ਨਾ ਹੋਵੇ, ਤੇ ਭਾਈ ਗੁਰਦਾਸ ਜੀ ਦਰਸ਼ਨ ਨਹੀਂ ਕਰ ਸਕਦੇ ਉਹਨਾਂ ਦੇ। ਜਦੋਂ ਮਹਾਰਾਜ ਨੇ ਕਹਿ ਤਾ ਨਾ ਤੁਸੀਂ ਵੀ ਦਰਸ਼ਨ ਕਰ ਲਿਆ ਕਰੋਗੇ, ਤੇ ਫਿਰ ਭਾਈ ਗੁਰਦਾਸ ਜੀ ਨੂੰ ਭਗਤਾਂ ਦੇ ਦਰਸ਼ਨ ਹੋਣ ਲੱਗ ਪਏ। ਇਹ ਜਿਹੜੇ ਅੱਜ ਕੀਤੇ ਨੇ, ਇਹ ਵੀ ਗੁਰੂ ਜੀ ਦੇ ਹੁਕਮ ਨਾਲ ਭਾਈ ਗੁਰਦਾਸ ਜੀ ਨੂੰ ਦਰਸ਼ਨ ਹੋਏ, ਨਹੀਂ ਤੇ ਨਹੀਂ ਸੀ ਹੋਣੇ ਜੀ, ਨਹੀਂ ਤੇ ਨਹੀਂ ਸੀ ਹੋਣੇ। ਸੋ ਮਹਾਰਾਜ ਨੇ ਮਿਹਰ ਕੀਤੀ, ਕਿਰਪਾ ਕੀਤੀ ਉਹਨਾਂ ਤੇ ਕਿਵੇਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਾ ਰਹੇ ਆ, ਭਗਤਾਂ ਦੀ ਲਿਖਾ ਰਹੇ ਆ, ਗੁਰਸਿੱਖਾਂ ਦੀ ਲਿਖਾ ਰਹੇ ਆ। ਆਉਣ ਵਾਲੇ ਦਿਨਾਂ ਵਿੱਚ ਆਪਾਂ ਸਰਵਣ ਕਰੀ ਚੱਲਾਂਗੇ। ਹੁਣ ਆਪਾਂ ਗੁਰੂ ਜੀ ਦੀ ਮਹਿਮਾ ਕਰੀਏ। ਭਾਈ ਜੀ ਵਾਹਿਗੁਰੂ ਭੱਟਾ ਨੇ ਲਿਖਿਆ ਮਹਾਰਾਜ ਜੀ ਦੀ ਸਿਫਤ ਕਿ ਮਹਾਰਾਜ ਸਤਿਯੁਗ ਵਿੱਚ ਵੀ ਆਪ ਜੀ, ਤ੍ਰੇਤੇ ਚ ਵੀ ਆਪ ਜੀ, ਮਹਾਰਾਜ ਦੁਆਪਰ ਵਿੱਚ ਵੀ ਆਪ ਜੀ, ਕਲਯੁਗ ਵਿੱਚ ਗੁਰੂ ਰੂਪ ਹੋ ਕੇ ਆਏ ਆ। ਤੇ ਆਪਾਂ ਵੀ ਗੁਰੂ ਜੀ ਦੀ ਵਡਿਆਈ ਕਰੀਏ। ਭਾਈ ਗੁਰਦਾਸ ਜੀ ਸਮਝ ਕੇ ਪਤਾ ਲੱਗ ਗਿਆ, ਕੋਈ ਰਸਨਾ ਵਾਲੀ ਨਾ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਸਤਿਗੁਰ ਦੇਉ ਪਰਤਖ ਹਰ ਮੂਰਤ, ਸਤਿਗੁਰ ਦੇਉ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਜੋ ਸੁਣਾਵੇ, ਜੋ ਸੁਣਾਵੇ।
ਸਤਿਗੁਰ ਦੇਉ ਪਰਤਖ ਹਰ ਮੂਰਤ। ਸਤਿਗੁਰ ਦੇਉ ਪਰਤਖ ਹਰ ਮੂਰਤ। ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਸਤਿਗੁਰ ਦੇਉ ਪਰਤਖ ਹਰ ਮੂਰਤ। ਸਤਿਗੁਰ ਦੇਉ ਪਰਤਖ ਹਰ ਮੂਰਤ। ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਅੰਮ੍ਰਿਤ ਬਚਨ ਸੁਣਾ। ਗਰੀਬ ਨੂੰ ਆਜ ਕਿਰਪਾ ਕਰ। ਮਹਾਰਾਜ ਸਰੀਰ ਕਰਕੇ ਮੌਜੂਦ ਹਨ ਗੁਰੂ ਅਰਜਨ ਦੇਵ ਸਾਹਿਬ ਜੀ, ਫਿਰ ਵੀ ਸੰਸਾ ਬਣ ਜਾਂਦਾ ਬੰਦਿਆਂ ਦੇ ਮਨ 'ਚ। ਹਾਂਜੀ, ਇਹ ਤੇ ਬਹੁਤ ਵੱਡੀ ਭਾਵਨਾ ਚਾਹੀਦੀ ਜੀ ਸਾਡੇ ਸਾਰਿਆਂ ਦੀ। ਗੁਰੂ ਜੀ ਬੜੇ ਵੱਡੇ, ਗੁਰੂ ਜੀ ਦੇ ਸੇਵਕ ਵੀ ਬੜੇ ਬੜੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ